PTN 24 ਚੈਨਲ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਅੱਜ ਇੱਕ ਵਾਰੀ ਫੇਰ ਅਸੀਂ ਪਹੁੰਚੇ ਹਾਂ ਜੀ ਸਰਹੱਦੀ ਪਿੰਡ ਰਤਲ ਛਤਰ 'ਚ। ਇੱਥੇ ਅੱਜ 9 ਸਤੰਬਰ ਨੂੰ ਜਿਹੜੇ 10 ਸਿੰਘ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਬਰਸੀ ਮਨਾਈ ਜਾ ਰਹੀ ਆ। ਤੇ ਉਸ ਬਰਸੀ ਸਮਾਗਮ ਦੇ ਵਿੱਚ ਕੁਝ ਸ਼ਹੀਦ ਪਰਿਵਾਰ ਵੀ ਜਿਹੜੇ ਪਹੁੰਚਣਗੇ। ਜਿਹੜੇ 10 ਸਿੰਘ ਸ਼ਹੀਦ ਹੋਏ ਸੀ 30 ਅਗਸਤ 1986 ਨੂੰ ਚੀਮਾ ਪਰਿਵਾਰ ਦੀ ਪੈਲੀ ਦੇ ਵਿੱਚ। ਤੇ ਆਓ ਤੁਹਾਨੂੰ ਇਸ ਬਰਸੀ ਸਮਾਗਮ ਦੀਆਂ ਝਲਕੀਆਂ ਦਿਖਾਉਂਦੇ ਆ। ਇਸ ਬਰਸੀ ਸਮਾਗਮ ਦੇ ਵਿੱਚ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਵੀ ਆ ਰਹੇ ਨੇ, ਜਿਹੜੇ ਕਿ ਹੈੱਡ ਗ੍ਰੰਥੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ, ਤੇ ਉਹ ਵੀ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੀ ਵਿਚਾਰ ਸੁਣਾਂਗੇ ਤੇ ਕੁਝ ਸ਼ਹੀਦ ਪਰਿਵਾਰਾਂ ਦੇ ਨਾਲ ਵੀ ਤੁਹਾਨੂੰ ਮਿਲਵਾਵਾਂਗੇ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਪਿੰਡ ਰਤਲ ਛਤਰ 'ਚ। ਵਾਹਿਗੁਰੂ 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 ਪਾਰ ਬ੍ਰਹਮ ਸਤਿਗੁਰੂ ਮੈਂ ਪਾਇਆ ਸਤਿਗੁਰੂ ਪਾਇਆ ਵਾਹਿਗੁਰੂ 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 ਆਨੰਦ ਕਰ ਨਾਨਕ ਪ੍ਰਭ ਪੂਰਨ ਪੈਦ ਰਖਾਈ ਮਨ ਬਿਲਾਸ ਪੈ ਸਭ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਦ ਰਖਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ। ਗੁਰੂ ਵਾਹਿਗੁਰੂ 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 ਸਭਾਵਾ ਪਵਿੱਤਰ ਹੈ ਆਨ ਸਭਾਵਾ ਪਵਿੱਤਰ ਹੈ ਜਿੱਥੇ ਸੰਤ ਸਮਾ ਪੀਰਾਂ ਦੀ ਸਾਡੇ ਤੇ ਰਹਿਮਤ ਰਹੀ ਜੋ ਇੱਦਾਂ ਹੋ ਪਾਇਆ। ਇੱਥੇ ਕਾਫੀ ਐਕਸਪਰਟ ਆਏ ਐਕਸਪੋਜ਼ਰ ਦੇ, ਯਾਨੀ ਕਿ ਕਮਿਸ਼ਨ ਦੇ, ਤੇ ਉਹਨਾਂ ਨੇ ਜਦੋਂ ਸਾਰੀ ਗੱਲ ਵੇਖੀ ਅਜੇ ਤੱਕ ਮਨ ਨੂੰ ਮਜ਼ੂਰ ਨੇ ਕਿ ਇੰਨੇ ਬੰਬ ਡਿੱਗੇ। ਅੱਜ ਦਾ ਸਾਡਾ ਸਾਰਾ ਸਮਾਗਮ ਆ
ਇਹ 10 ਸਿੰਘਾਂ ਨੂੰ ਸ਼ਹੀਦ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਉਸ ਦੇ ਨਾਲ ਤੁਹਾਨੂੰ ਪਤਾ ਹੈ ਕਿ ਸਾਡੇ ਪਿੰਡ ਵਿੱਚ ਬੜੀ ਪਵਿੱਤਰ ਦਰਗਾਹ ਹੈ, ਇੱਥੇ ਅਸੀਂ ਮੇਲਾ ਕਰਦੇ ਹਾਂ ਤੇ ਮੇਲੇ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਦੀ ਇਲਾਹੀ ਬਾਣੀ ਨਾਲ ਸ਼ੁਰੂ ਹੁੰਦੀ ਹੈ ਤੇ ਸਾਡੇ ਨਗਰ ਵਾਸੀਆਂ ਸਾਰਿਆਂ ਦਾ ਸੁਭਾਗ ਹੈ। ਸੋ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਸੀ ਕਿ 10 ਸਿੰਘਾਂ ਦੀ ਸ਼ਹੀਦ ਵਿੱਚ ਉਹਨਾਂ ਦੀ ਯਾਦ ਵਿੱਚ ਔਰ ਉਸ ਦੇ ਨਾਲ ਸਾਡੇ ਪਿੰਡ ਦੀ ਜੋ ਦਰਗਾਹ ਹੈ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼। ਔਰ ਸਭ ਤੋਂ ਜੋ ਵੱਡੀ ਗੱਲ ਤੁਹਾਨੂੰ ਮੈਂ ਕਰਨੀ ਚਾਹੁੰਦਾ, ਮੈਂ ਸਿੰਘ ਸਾਹਿਬ ਦੇ ਧਿਆਨ 'ਚ ਲਿਆ ਰਿਹਾ ਕਿ ਸਰਦਾਰ ਵੀਰ ਸਿੰਘ ਦੀ ਲਿਖਤ ਮੁਤਾਬਕ 2 ਦਿਨ ਗੁਰੂ ਨਾਨਕ ਪਾਤਸ਼ਾਹ ਸਾਡੇ ਨਗਰ ਵਿੱਚ ਠਹਿਰੇ ਸੀ। ਸੋ ਬਹੁਤ ਹੀ ਸਾਡੇ ਸਾਰਿਆਂ ਦੀ ਜਾਣਕਾਰੀ ਵਾਸਤੇ, ਕਿਉਂਕਿ ਸਾਨੂੰ ਇੱਕ ਵੀਰ ਸਾਡੇ ਪਿੰਡ ਦਾ ਦੋਹਤਰਾ ਹੈ, ਉਹ ਸਪੈਸ਼ਲ ਮੈਨੂੰ ਭਾਈ ਵੀਰ ਸਿੰਘ ਦੀ ਲਿਖਤ ਦੇ ਪੰਨਾ ਨੰਬਰ ਲਿਖ ਕੇ ਦੇ ਗਿਆ, 5-7 ਸਾਲ ਪਹਿਲਾਂ ਦੀ ਗੱਲ ਹੈ। ਤੇ ਉਹਨਾਂ ਦੀ ਲਿਖਤ ਮੁਤਾਬਕ ਸਾਡੇ ਨਗਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬਰਾਜੇ 2 ਦਿਨ ਵਾਸਤੇ। ਸੋ ਗੁਰੂ ਪਿਆਰਿਓ, ਜੋ ਸਾਡਾ ਨਗਰ ਹੈ ਬਿਲਕੁਲ ਬਾਰਡਰ 'ਤੇ ਹੈ। ਅਸੀਂ ਸਮਝਦੇ ਹਾਂ ਕਿ ਇੱਕ ਬੰਨੇ ਰਹਿਮਤ ਹੈ ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਦੀ, ਤੇ ਇਸ ਬੰਨੇ ਰਹਿਮਤ ਹੈ ਬਾਬਾ ਬੁੱਢਾ ਸਾਹਿਬ ਜੀ ਰਮਦਾਸ, ਉਹਨਾਂ ਦਾ ਜੋ ਪਾਵਨ ਸਮਾਧ ਜਗ੍ਹਾ ਬਣੀ ਹੈ ਜੋ ਕਿ ਗੁਰਦੁਆਰਾ ਸਾਹਿਬ ਸਵਾਈਮਾਨ ਹੈ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਵੇਂ ਅਸੀਂ ਬਿਲਕੁਲ ਬਾਰਡਰ ਦੇ ਨਜ਼ਦੀਕ ਸਾਡਾ ਪਿੰਡ ਹੈ, ਅੱਗੇ ਕੋਈ ਪਿੰਡ ਹੋਰ ਨਹੀਂ, ਪਰ ਸਾਡੇ ਦੋਹਾਂ ਬੰਨੇ ਗੁਰੂ ਨਾਨਕ ਪਾਤਸ਼ਾਹ ਤੇ ਬਾਬਾ ਬੁੱਢਾ ਸਾਹਿਬ ਦੀ ਛਤਰ ਛਾਇਆ ਹੈ। ਉਸ ਦੇ ਨਾਲ ਮੈਂ ਇਹ ਵੀ ਜ਼ਿਕਰ ਕਰਦੇ ਹਾਂ ਕਿ ਮੈਂ ਫੌਜ ਤੋਂ ਤੁਹਾਨੂੰ ਪਤਾ ਦੱਸਿਆ ਹੁਣ ਬਾਬਾ ਜੀ ਨੂੰ ਸੂਬੇ ਦਾ ਰਿਟਾਇਰ ਰਿਹਾ ਔਰ ਉੱਥੇ ਓਪੀ ਅਫਸਰ ਰਿਹਾ। ਉਹਦੇ ਮੈਨੂੰ ਪਤਾ ਹੈ ਕਿ ਜਦੋਂ ਬੰਬ ਵੱਜਦਾ ਉਹਦਾ ਫਟਣਾ ਸੁਭਾਵਿਕ ਆ, ਕਿਉਂਕਿ ਜਦੋਂ ਉਹਦੇ ਰੂਹ 'ਤੇ ਚੋਟ ਲੱਗੀ ਪਿੱਛੋਂ ਵੀ ਅਤੇ ਅੱਗੋਂ ਵੀ ਉਹਨੇ ਫਟਣਾ ਹੀ ਫਟਣਾ। ਪਰ ਸੰਨ 1971 ਵਿੱਚ 1965 ਵਿੱਚ ਸਾਡੇ ਪਿੰਡ 'ਚ ਜਿਹੜੀ ਲਗਾਤਾਰ ਬੰਬ ਡਿੱਗੇ ਔਰ ਓਪੀ ਅਫਸਰ ਦਾ ਕਹਿਣਾ ਅਸਲਾ ਤੇਰਾ ਕਿ ਮੈਂ ਬੰਬਾਂ ਦੀ 20 ਬਰਾਬਰ ਐਸੀ ਅਸੀਂ ਥਿਊਰੀ ਨਹੀਂ ਸੁਣੀ ਕਿ ਪੌਣੇ 2 ਘੰਟੇ ਲਗਾਤਾਰ ਸਾਡੇ ਪਿੰਡ 'ਤੇ ਸ਼ੈਲ ਹੋਈ ਤੇ ਬੰਬਾਂ ਦੀ ਗਿਣਤੀ ਸੈਂਕੜੇ ਤੇ ਹਜ਼ਾਰਾਂ ਵਿੱਚ ਹੋ ਸਕਦੀ ਹੈ। ਸਿਆਲ ਦੇ ਦਿਨ ਸਨ, ਹਰ ਕਮਰੇ ਵਿੱਚ ਜੀਵ ਜਾਂ ਪਸ਼ੂ ਸਨ, ਪਰ ਐਸੇ ਕਿਸੇ ਵੀ ਕਮਰੇ 'ਤੇ ਬੰਬ ਨਹੀਂ ਡਿੱਗਾ ਜਿਹਦੇ 'ਚ ਕੋਈ ਵਸ ਰਿਹਾ ਹੋਵੇ। ਸੈਂਕੜੇ ਹਜ਼ਾਰਾਂ ਬੰਬ ਡਿੱਗਣ ਤੋਂ ਬਾਅਦ ਔਰ ਅਸਲਾਂ ਤੋਂ ਬੋਲ ਕੇ ਕਿਹਾ ਦਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਹੀ ਭਾਣੇ ਸਰਦਾਰ ਵੱਡੇ ਹਜ਼ਾਰ ਬੰਦ ਵਾਲੇ ਵੀ ਬੰਬ ਵੱਜੇ। ਸੋ ਗੁਰੂ ਸਰਾਇਓ, ਇਹ ਤੁਹਾਡੀਆਂ ਸੰਗਤਾਂ ਦੀਆਂ ਰਹਿਮਤਾਂ ਆਸ਼ੀਰਵਾਦਾਂ ਨੇ, ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਆ ਕਿ ਸਾਡਾ ਇਹ ਨਗਰ ਤੋਂ ਬਿਲਕੁਲ ਬਾਰਡਰ ਦੇ ਨਜ਼ਦੀਕ ਆ। ਪਰ ਮੈਂ ਸਮਝਣਾ ਕਿ ਰਹਿਮਤਾਂ ਨਾਲ ਭਰਿਆ ਹੋਇਆ ਹੈ ਤੇ ਅੱਜ ਸਗੋਂ ਉਹਨਾਂ ਰਹਿਮਤਾਂ ਨੂੰ ਹੋਰ ਚਾਰ ਚੰਨ ਲੱਗੇ ਨੇ। ਜਿੱਥੇ ਸਤਿਕਾਰਯੋਗ ਸੰਗਤ ਸਾਰੀ ਆਈ ਹੈ, ਉੱਥੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ, ਹਰਗੰਜ ਜੀ, ਸ੍ਰੀ ਪਾਤਸ਼ਾਹ ਸਾਹਿਬ ਸਾਡੇ ਵਿੱਚ ਪਹੁੰਚੇ ਨੇ। ਅਸੀਂ ਸਾਰੀ ਸੰਗਤ ਵੱਲੋਂ ਆਪਣੇ ਵੱਲੋਂ ਹਾਰਦਿਕ ਆਪਣੇ ਦਿਲੋਂ ਹਾਰਦਿਕ ਉਹਨਾਂ ਦਾ ਸਵਾਗਤ ਕਰ ਰਹੇ ਹਾਂ, ਜੀ ਆਇਆਂ ਕਹਿੰਦੇ ਹਾਂ ਔਰ ਕਾਮਨਾ ਕਰਦੇ ਹਾਂ ਕਿ ਉਹ ਹਮੇਸ਼ਾ ਉਹਨਾਂ ਦੀ ਸੇਵਾ ਸਾਡੇ ਸਿੱਖ ਜਗਤ ਵਾਸਤੇ, ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਬੜੀ ਮਹਾਨ ਤੇ ਬੜੀ ਇੱਕ ਕਾਬਲੇ ਸਾਬਤ ਹੋਵੇਗੀ। ਸੋ ਮੈਂ ਜ਼ਿਆਦਾ ਲੰਮਾ ਨਾ ਆਪਣੇ ਬਚਨ ਕਰਦਾ ਆਇਆ, ਇੱਥੇ ਆਪਣੀ ਬਾਣੀ ਨੂੰ ਆਰਾਮ ਦਿੰਦਾ ਹੋਇਆ ਸਰਕਾਰਯੋਗ ਸਿੰਘ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਚੰਦ ਮਿੰਟਾਂ ਵਿੱਚ ਜੋ ਉਹਨਾਂ ਨੂੰ ਮੁਨਾਸਬ ਸਮਾਂ ਲੱਗੇ, ਉਹਨਾਂ ਦੀ ਆਪਣੀ ਸ਼ਹਿਰ ਉਹ ਸੰਗਤ ਦੇ ਸਮੁਖ ਆਪਣੇ ਜੋ ਗੁਰੂ ਪਾਤਸ਼ਾਹ ਦੇ ਜੋ ਉਹਨਾਂ ਕੋਲ ਮਹਾਨ ਗਿਆਨ ਆ ਉਹਨਾਂ ਦਾ ਗਿਆਨ ਸਾਂਝਾ ਕਰਨਗੇ। ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਮਹਾਰਾਜ ਦਾ ਮਾਤਾ ਗੰਗਾ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਪ੍ਰਕਾਸ਼ ਹੋਇਆ। ਗੁਰੂ ਕੀ ਸੰਗਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰ ਇਨਸਾਨ ਖੁਸ਼ੀ ਕਰਦਾ ਏ ਜਦੋਂ ਘਰ ਵਿੱਚ ਕੋਈ ਬੱਚਾ ਬੱਚੀ ਜਨਮ ਲਵੇ, ਤੇ ਸਤਿਗੁਰੂ ਸਾਹਿਬ ਜੀ ਨੇ ਲੋਕਾਂ ਦੀ ਸਹੂਲਤ ਵਾਸਤੇ ਭਲਾਈ ਵਾਸਤੇ 6 ਹਰਟਾ ਖੂਹ ਲਵਾਇਆ। ਜਿਹੜਾ ਅੱਜ ਆਪਾਂ ਛਿਆਟਾ ਸਾਹਿਬ ਗੁਰਦੁਆਰੇ ਜਾਂਦੇ ਹਨ, ਉਹ 6 ਮਾਲਾਂ ਵਾਲਾ ਖੂਹ ਸਤਿਗੁਰੂ ਸੱਚੇ ਪਾਤਸ਼ਾਹ ਉਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਲ ਹਰਗੋਬਿੰਦ ਸਾਹਿਬ ਦੇ ਰੂਪ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਦਾ ਉਸਤਾਦ ਲਾ ਕੇ ਤੇ ਉਹਨਾਂ ਦੀ ਤਿਆਰੀ ਕਰਵਾਈ। ਗੁਰਬਾਣੀ ਦੀ ਸੰਥਿਆ, ਸ਼ਸਤਰ ਵਿਦਿਆ, ਘੋੜ ਸਵਾਰੀ ਇਤਿਆਦਿਕ ਹਰ ਜਿਹੜੀ ਹੈ ਉਹ ਸ਼ਸਤਰ ਵਿਦਿਆ ਦੇ ਵਿੱਚ ਉਹਨਾਂ ਨੂੰ ਨਿਪੁੰਨਤਾ ਹਾਸਲ ਹੋਈ। ਤੇ ਜਦੋਂ ਪੰਚਮ ਪਾਦ ਕਿਉਂ ਆਪਾਂ ਨੂੰ ਇੱਥੋਂ ਤੱਕ ਨੌਬਤ ਆਈ, ਕਿਉਂ ਸਮੇਂ ਦੀਆਂ ਹਕੂਮਤਾਂ ਨੇ ਦਸਤਾਰਾਂ ਵਾਲਿਆਂ ਨੂੰ, ਕੇਸਾਂ ਵਾਲਿਆਂ ਨੂੰ, ਕਿਰਪਾਨਾਂ ਵਾਲਿਆਂ ਨੂੰ ਇਸ ਤਰ੍ਹਾਂ ਦੀ ਮਨਸ਼ਾ ਰੱਖ ਕੇ ਮਾਰਨਾ ਸ਼ੁਰੂ ਕੀਤਾ। ਉਹਨੂੰ ਰਾਜ ਕਰਨਾ ਆਉਂਦਾ ਹੈ ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਰ ਹਿਰਦੇ ਤੇ ਰਾਜ ਕੀਤਾ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਮੈਲ ਤੋਂ ਰਹਿਤ ਇੱਕ ਨਿਆਰਾ ਪੰਥ ਜਿਹੜਾ ਪੈਦਾ ਕੀਤਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ।
ਤੇ ਜਦੋਂ ਗੁਰੂ ਕੀ ਸੰਗਤ ਕਿਸੇ ਹੱਸਦੇ ਵਸਦੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਏ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨੇਊ ਦੀ ਰਸਮ ਦਾ ਇਨਕਾਰ ਕੀਤਾ ਸੀ ਤੇ ਇਹ ਲੋਕ ਉਦੋਂ ਹੀ ਮਗਰ ਲੱਗ ਗਏ ਸਨ ਕਿ ਇਹ ਕੌਣ ਹੈ ਜਿਹੜਾ ਇਨਕਲਾਬ ਦੀ ਗੱਲ ਕਰਨ ਵਾਲਾ ਹੈ, ਜਿਹੜਾ ਸੱਚ ਦੀ ਗੱਲ ਕਰਨ ਵਾਲਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 6ਵੀਂ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦਿੱਲੀ ਦੇ ਤਖਤ ਤੋਂ 2.5 ਫੁੱਟ ਉੱਚਾ ਤਖਤ ਤਿਆਰ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮੁਖ ਤੇ ਗੁਰੂ ਕੀ ਸੰਗਤ ਉਹ ਮਹਾਨ ਤਖਤ ਜਦੋਂ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਮਸਕਾਰ ਕਰਕੇ ਦਰਸ਼ਨ ਦੀਦਾਰ ਕਰਕੇ ਵਾਪਸ ਆਉਂਦੇ ਹਾਂ ਤੇ ਆਪਾਂ ਨੂੰ ਸਾਹਮਣੇ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ। ਪਰ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁਕਮਨਾਮਾ ਹੋ ਰਿਹਾ ਹੁੰਦਾ ਏ, ਸਾਰੀ ਸੰਗਤ ਬੈਠੀ ਹੁੰਦੀ ਹੈ ਤੇ ਅਕਾਲ ਤਖਤ ਸਾਹਿਬ ਦੇ ਉੱਪਰੋਂ ਦਰਸ਼ਨ ਕਰੀਏ ਤੇ ਆਪਾਂ ਨੂੰ ਅੰਦਰ ਦੇ ਦਰਸ਼ਨ ਹੁੰਦੇ ਨੇ ਕਿ ਸਿੰਘ ਸਾਹਿਬ ਹੁਕਮਨਾਮਾ ਲੈ ਰਹੇ ਨੇ, ਚੌਰ ਬਰਦਾਰ ਚੌਰ ਕਰ ਰਿਹਾ ਤੇ ਸਾਰੀ ਸੰਗਤ ਗੁਰੂ ਰਾਮਦਾਸ ਮਹਾਰਾਜ ਦੇ ਘਰ ਨਾਲ ਕਿਵੇਂ ਜੁੜੀ ਹੈ। ਇੰਨੀ ਦੂਰ ਅੰਦੇਸ਼ੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣੀ ਹੈ ਉਹ ਚੰਗੀ ਜਵਾਨੀ, ਚੰਗੇ ਨੌਜਵਾਨ ਬੱਚੇ ਜਿਹੜੇ ਆ ਗੁਰੂ ਨਾਨਕ ਦੇ ਘਰ ਵਿੱਚ ਲੈ ਕੇ ਹਾਜ਼ਰ ਹੋਣ। ਚੰਗੀ ਨਸਲ ਦੇ ਘੋੜੇ, ਚੰਗੇ ਸ਼ਸਤਰ, ਸਤਿਗੁਰੂ ਸਾਹਿਬ ਜੀ ਨੇ ਘੋੜ ਸਵਾਰ ਫੌਜ ਤਿਆਰ ਕੀਤੀ। ਭਾਵੇਂ ਕਿ ਗੁਰੂ ਘਰ ਦਾ ਕਿਸੇ ਨਾਲ ਵੈਰ ਨਹੀਂ ਸੀ ਗੁਰੂ ਕੀ ਸੰਗਤ, ਕਿਉਂਕਿ ਜਿਹੜੀਆਂ ਸਾਡੀਆਂ ਲੜਾਈਆਂ ਨੇ, ਜਿਹੜੇ ਸਾਡੇ ਝਗੜੇ ਨੇ ਜਰ ਜੋਰੂ ਤੇ ਜ਼ਮੀਨ ਦੇ, ਉਹ ਵੱਖਰੀ ਗੱਲ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਜ਼ੁਲਮ ਦੇ ਨਾਲ ਟੱਕਰ ਸੀ। ਜ਼ਾਲਮ ਨੂੰ ਸੋਧਣ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਫੌਜ ਤਿਆਰ ਕੀਤੀ, ਜੰਗਾਂ ਲੜੀਆਂ ਤੇ ਜਿੱਤਾਂ ਪ੍ਰਾਪਤ ਹੋਈਆਂ। ਉਸੇ ਪਾਵਨ ਪਵਿੱਤਰ ਤਖਤ ਦੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਜੇ ਆਪਾਂ ਗੱਲ ਕਰਦੇ ਹਾਂ, ਜੇ ਗੱਲ ਕਰਦੇ ਹਾਂ ਇਸ ਦੇਸ਼ ਦੀ, ਇਹ ਇੱਕ ਪੰਜਾਬ ਦੇਸ਼ ਸੀ, ਇੱਕ ਵੱਖਰਾ ਦੇਸ਼ ਸੀ ਜਿਸ ਨੂੰ ਸਮੇਂ ਦੀਆਂ ਹਕੂਮਤਾਂ ਨੇ, ਨੀਤੀਵਾਨ ਲੋਕਾਂ ਨੇ ਵਿਚਾਰ ਕਰਕੇ 1947 ਦੇ ਵਿੱਚ ਇਹਦੀ ਵੰਡ ਕਰ ਦਿੱਤੀ। ਪੰਜਾਬ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ। ਕਿਉਂਕਿ ਪੰਜਾਬ ਦੇ ਲੋਕ ਅਣਖੀ ਸਨ, ਪੰਜਾਬ ਦੇ ਲੋਕਾਂ ਵਿੱਚ ਗੈਰਤ ਹੈ, ਪੰਜਾਬ ਦੇ ਲੋਕਾਂ ਦੇ ਅੰਦਰ ਸਵੈਮਾਨ ਹੈ। ਇਹ ਕਿਸੇ ਨਾਲ ਧੱਕਾ ਹੁੰਦਾ ਹੋਵੇ ਤੇ ਉੱਥੇ ਖਲੋ ਜਾਂਦੇ ਨੇ। ਅੱਜ ਵੀ ਭਾਵੇਂ ਕਹਿੰਦੇ ਨੇ ਪੰਜਾਬ ਦੇ ਨੌਜਵਾਨ ਨਸ਼ੇ ਕਰਦੇ ਨੇ, ਪਰ ਨਸ਼ੇ ਕਰਨ ਵਾਲੇ ਬੱਚਿਆਂ ਨੂੰ ਵੀ ਸਮਾਂ ਮਿਲੇ ਤੇ ਉਹ ਨੇਕੀ ਕਰ ਜਾਂਦੇ ਨੇ। ਮੈਂ ਇਹ ਸਾਰਿਆਂ ਦੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਗੱਲ ਕਰ ਰਿਹਾ ਹਾਂ। ਇਹੋ ਜਿਹੇ ਵੀ ਬੱਚੇ ਜਿਹੜੇ ਨਸ਼ੇ ਕਰਦੇ, ਕਿਉਂਕਿ ਨਸ਼ਾ ਕਰਨਾ ਉਹਨਾਂ ਦੀ ਮਜਬੂਰੀ ਹੈ। ਸਮੇਂ ਦੀਆਂ ਇਹੋ ਜਿਹੀਆਂ ਪ੍ਰਸਥਿਤੀਆਂ ਬਣ ਗਈਆਂ ਕਿ ਹੋਰ ਕੋਈ ਰਸਤਾ ਹੀ ਨਹੀਂ ਹੈ, ਕੋਈ ਰੁਜ਼ਗਾਰ ਨਹੀਂ ਹੈ, ਕੋਈ ਕੰਮ ਨਹੀਂ ਹੈ। ਤੇ ਉਹ ਜਦੋਂ ਇਸ ਦੇਸ਼ ਦੇ 2 ਹਿੱਸੇ ਕੀਤੇ ਤਾਂ ਕਿ ਉਧਰ ਵਾਲੇ ਲੋਕ ਜਿਹੜੇ ਉਹ ਵੀ ਅਣਖੀ ਨੇ, ਇੱਧਰ ਵਾਲੇ ਲੋਕ ਜਿਹੜੇ ਇਹ ਵੀ ਅਣਖੀ ਨੇ। ਸਾਡੇ ਗੁਰੂ ਨੇ ਤੇ ਸਾਨੂੰ ਸਿਖਾਇਆ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜਦੋਂ ਨੀਂਹ ਰੱਖੀ ਤੇ ਦਰਬਾਰ ਤਿਆਰ ਹੋਇਆ ਤੇ ਉਹਦੇ 4 ਦਰਵਾਜ਼ੇ ਰੱਖੇ ਗਏ। ਉਪਦੇਸ਼ 4 ਵਰਨਾ ਕੋ ਸਾਂਝਾ, ਭਾਵੇਂ ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਸਿੱਖ ਆਵੇ, ਜੈਨੀ ਆਵੇ, ਬੋਧੀ ਆਵੇ, ਕੋਈ ਵੀ ਆਵੇ ਗੁਰੂ ਨਾਨਕ ਦੇ ਘਰ ਵਿੱਚ। ਇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਆਪ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਸਿੱਖ ਕਹਿੰਦੇ ਜਿਹੜਾ ਸਿੱਖਿਆ ਗ੍ਰਹਿਣ ਕਰਨ ਵਾਲਾ, ਸਿੱਖਣ ਵਾਲਾ। ਤੇ ਗੁਰੂ ਸਾਹਿਬ ਦੇ ਆਵਾਜ਼ਾਂ ਮਾਰਦੇ ਨੇ, ਇਹ ਨਹੀਂ ਕਹਿੰਦੇ ਕਿ ਇਕੱਲੇ ਸਿੱਖ ਹੀ ਆਉਣ ਜਾਂ ਕੋਈ ਹੋਰ ਆਵੇ, ਸਾਰਿਆਂ ਨੂੰ ਆਵਾਜ਼ਾਂ ਮਾਰਦੇ ਨੇ, ਆਪਣੇ ਕਲਾਵੇ ਵਿੱਚ ਲੈਂਦੇ ਨੇ। ਤੇ ਜਦੋਂ ਸਮੇਂ ਦੀ ਹਕੂਮਤ ਨੇ ਇਸ ਤਰ੍ਹਾਂ ਦਾ ਸਿਸਟਮ ਬਣਾ ਦਿੱਤਾ, ਪੰਜਾਬ ਦੇਸ਼ ਨੂੰ 2 ਹਿੱਸੇ ਕਰ ਦਿੱਤੇ ਗੁਰੂ ਕੀ ਸੰਗਤ, ਉਸ ਸਮੇਂ ਤੋਂ ਹੀ ਪੰਜਾਬ ਦੇ ਅੰਦਰ ਜਿਹੜਾ ਸੀ ਹਲਚਲ ਮਚੀ। ਜਿਹੜੇ ਸਿਆਣੇ ਲੋਕ ਨੇ ਉਹ ਸਮਝਦੇ ਨੇ ਕਿ ਇਸ ਕੌਮ ਨੂੰ ਦਬਾਇਆ ਜਾ ਰਿਹਾ। ਅੱਜ ਵੀ ਆਪਾਂ ਵੇਖਦੇ ਹਾਂ ਕਿ ਕੇਸਾਂ ਵਾਲਾ ਸਿੱਖ ਫੜ ਕੇ ਯੂਪੀ ਵਿੱਚ, ਬਿਹਾਰ ਵਿੱਚ ਕਿਤੇ ਨਾ ਕਿਤੇ ਉਹਦੇ ਨਾਲ ਧੱਕਾ ਹੁੰਦਾ ਏ। ਜਦੋਂ ਧੱਕਾ ਹੁੰਦਾ ਏ ਤੇ ਉਦੋਂ ਕੋਈ ਗੱਲ ਨਹੀਂ ਕਰਦਾ। ਪਰ ਸਾਡੇ ਦੇਸ਼ ਵਿੱਚ ਕਿਤੇ ਭਈਏ ਨਾਲ ਵੀ ਧੱਕਾ ਹੋਵੇ ਤੇ ਗੁਰੂ ਦੀ ਬਾਣੀ ਨੇ, ਕਿਉਂਕਿ ਭਈਆ ਭਰਾ ਨੂੰ ਕਹਿੰਦੇ ਆ, ਕਈ ਵਾਰੀ ਆਪਾਂ ਗਲਤ ਸਮਝ ਜਾਂਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੰਕਾਰੀ ਮਨੁੱਖ ਨੂੰ ਸਮਝਾਉਣ ਵਾਸਤੇ ਕਹਿੰਦੇ, ਭਈਆ ਕਾਹੇ ਫਿਰ ਤੋਂ ਫੂਲਿਆ ਫੂਲਿਆ, ਭਰਾਵਾ ਕਿਹੜੀ ਗੱਲੋਂ ਫੁੱਲਿਆ ਫਿਰਦਾ ਏ? ਤੇਰੀਆਂ ਬਾਹਾਂ ਤੇਰੇ ਤਨ ਦੇ ਨਾਲ ਨਹੀਂ ਲੱਗਦੀਆਂ। ਕਿਉਂ? ਜਬ 10 ਮਾਸ ਉਰਤ ਮੁਖ ਰਹਿਤਾ ਤੋ ਦਿਨ ਕੈਸੇ ਭੁੱਲਿਆ। ਕਹਿੰਦੇ ਜਦੋਂ ਮਾਂ ਦੇ ਗਰਭ ਦੇ ਵਿੱਚ 10 ਮਹੀਨੇ ਪੁੱਠਾ ਲਟਕਿਆ ਸੀ, ਉਦੋਂ ਤੇਰੀ ਕਿਸ ਨੇ ਰੱਖਿਆ ਕੀਤੀ, ਉਹ ਦਿਨ ਕਿਵੇਂ ਭੁੱਲ ਗਿਆ ਏ? ਸਿਆਣੇ ਕਹਿੰਦੇ ਨਾ ਕਿ ਮਾੜਾ ਸਮਾਂ ਭੁੱਲਣਾ ਨਹੀਂ ਚਾਹੀਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਦੇ ਨਾਲ ਸ਼ੁਰੂ ਤੋਂ ਅਨਿਆਂ ਹੋਇਆ ਗੁਰੂ ਕੀ ਸੰਗਤ। ਭਾਵੇਂ ਕਿ ਸਿੱਖ ਜਿਹੜੇ ਨੇ ਉਹ ਸ਼ਹਾਦਤਾਂ ਦਾ ਜਾਮ ਪੀਂਦੇ ਆਏ ਨੇ,
ਪੰਜਾਬ ਦੀ ਧਰਤੀ ਜਿਹੜੀ ਸ਼ਹੀਦਾਂ ਦੇ ਖੂਨ ਦੇ ਨਾਲ ਰੰਗੀ ਹੋਈ ਏ। ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਦੀਆਂ ਜੰਗਾਂ ਦੇ ਸ਼ਹੀਦ, ਇਸੇ ਤਰ੍ਹਾਂ ਗੁਰੂ ਕੀ ਸੰਗਤ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਚਮਕੌਰ ਦੀ ਗੜੀ ਦੇ ਉਹ ਮਹਾਨ ਸੂਰਬੀਰ ਯੋਧੇ ਜਿਨ੍ਹਾਂ ਨੇ 10 ਲੱਖ ਵੈਰੀ ਨਾਲ ਟਾਕਰਾ ਕੀਤਾ। ਤੇ ਬਾਬਾ ਦੀਪ ਸਿੰਘ ਦੀ ਗੱਲ ਕਰੀਏ ਕਿ ਉਸੇ ਹਰਮੰਦਰ ਨੂੰ ਹਟਾਉਣ ਵਾਸਤੇ, ਸਰੋਵਰ ਨੂੰ ਪੂਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ, ਮੱਸੇ ਰੰਗੜ ਵਰਗੇ ਨੇ ਜੇ ਇੱਥੇ ਆ ਕੇ ਇਸ ਤਰ੍ਹਾਂ ਦੇ ਕੁਕਰਮ ਕੀਤੇ ਤੇ ਗੁਰੂ ਕੀ ਸੰਗਤ ਉਸ ਵੇਲੇ ਉਹ ਮਹਾਨ ਸੂਰਬੀਰ ਯੋਧੇ ਰਾਜਸਥਾਨ ਦੀ ਧਰਤੀ ਤੋਂ ਜਿਹੜੇ ਸੀ ਉਹ ਭਾਈ ਮੱਸੇ ਰੰਗੜ ਦਾ ਸਿਰ ਵੱਢਣ ਵਾਸਤੇ ਸ਼ਹੀਦ ਭਾਈ ਸੁੱਖਾ ਸਿੰਘ, ਸ਼ਹੀਦ ਭਾਈ ਮਹਿਤਾਬ ਸਿੰਘ ਜਿਹੜੇ ਆਏ ਤੇ ਉਹਦਾ ਸਿਰ ਵੱਢ ਕੇ ਨੇਜੇ ਦੇ ਉੱਤੇ ਟੰਗ ਕੇ ਤੇ ਉਸ ਬੁੱਢਾ ਜੌੜ ਦੀ ਧਰਤੀ ਤੇ ਲੈ ਕੇ ਗਏ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਰੱਖਿਆ ਵਾਸਤੇ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਲੱਗ ਕੇ ਪਾਵਨ ਸਰੂਪ ਲਿਖਣ ਦੀ ਸੇਵਾ ਕੀਤੀ ਗੁਰੂ ਕੀ ਸੰਗਤ, ਤੇ ਉੱਥੇ ਨਾਲ ਜਦੋਂ ਸਮਾਂ ਬਣਿਆ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਸਮੇਂ ਦੀ ਹਕੂਮਤ ਨੇ ਕਬਜ਼ਾ ਕਰ ਲਿਆ ਏ ਤੇ ਉਸ ਮਹਾਨ ਪਾਵਨ ਪਵਿੱਤਰ ਸਥਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਚਾਲਾ ਮਾਰਿਆ। ਬਿਰਧ ਅਵਸਥਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਬਚਨ ਹਨ ਕਿ 70 ਕਾ ਮਤਹੀਣ, 17 ਸਾਲਾਂ ਦਾ ਮਨੁੱਖ ਜਿਹੜਾ ਹੈ ਨਾ ਉਹਦੀ ਕਹਿੰਦੇ ਮਤ ਘੱਟ ਕੰਮ ਕਰਦੀ ਏ। 80 ਕਾ ਵਿਵਹਾਰ ਨਾ ਪਾਵੇ, 80 ਸਾਲਾਂ ਵਾਲਾ ਜਿਹੜਾ ਉਹ ਪੂਰਾ ਵਿਹਾਰ ਵਿੱਚ ਧਿਆਨ ਨਹੀਂ ਦੇ ਸਕਦਾ। ਪਰ ਦੂਜੇ ਬੰਨੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਬਾਬਾ ਦੀਪ ਸਿੰਘ ਦੇ ਪਰਥਾਏ ਕਿ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਬਾਬਾ ਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਗੁਰੂ ਕੀ ਸੰਗਤ ਅਰਦਾਸਾ ਸੋਧ ਕੇ ਚਾਲਾ ਪਾਇਆ। ਉਹਦੇ ਵਿੱਚ ਲੁੱਟਣ ਵਾਲੇ ਲੁਟੇਰੇ ਵੀ ਸਨ, ਧਾੜਵੇ ਵੀ ਸਨ। ਜਦੋਂ ਇਹ ਸਮਾਂ ਆਉਂਦਾ ਹੈ ਤੇ ਨਾਲ ਹਰ ਤਰ੍ਹਾਂ ਦੇ ਲੋਕ ਰਲਦੇ ਨੇ। ਪਰ ਜਦੋਂ ਆ ਕੇ ਤਰਨ ਤਾਰਨ ਦੀ ਧਰਤੀ ਤੇ ਲਕੀਰ ਖਿੱਚੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੇ। ਭਾਈ ਜਿਨ੍ਹਾਂ ਨੂੰ ਲਾੜੀ ਮੌਤ ਵਰਨ ਦਾ ਚਾਹ ਹੈ ਉਹ ਇਹ ਲਕੀਰ ਪਾਰ ਕਰਨ, ਤੇ ਜਿਨ੍ਹਾਂ ਨੂੰ ਮੌਤ ਤੋਂ ਡਰ ਲੱਗਦਾ ਉਹ ਪਿੱਛੇ ਨੂੰ ਚਲੇ ਜਾਣ। ਉਸ ਵੇਲੇ ਕਹਿੰਦੇ ਕਿ ਸਾਰਿਆਂ ਨੇ ਲਕੀਰ ਪਾਰ ਕੀਤੀ। ਚੱਬੇ ਗੋਲਵੜ ਦੇ ਮੈਦਾਨ ਦੇ ਵਿੱਚ ਲਹੂ ਡੋਲਵੀਂ ਲੜਾਈ ਹੋਈ ਗੁਰੂ ਕੀ ਸੰਗਤ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਸਿੱਖ ਜਿਹੜੇ ਸ਼ਹੀਦ ਹੋਏ, ਜਿਨ੍ਹਾਂ ਨੇ ਗੁਰੂ ਦੀ ਬਾਣੀ ਪੜ੍ਹੀ ਸੀ ਕਿ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਆਪਣੇ ਸੀਸ ਗੁਰੂ ਦੇ ਚਰਨਾਂ ਵਿੱਚ ਭੇਟ ਕੀਤੇ, ਸ਼ਹਾਦਤਾਂ ਦੇ ਜਾਮ ਪੀਤੇ। ਇਸੇ ਹੀ ਲੜੀ ਦੇ ਤਹਿਤ ਇਹ 30 ਅਗਸਤ 1986 ਨੂੰ ਜਦੋਂ 1984 ਦੇ ਵਿੱਚ ਸਮੇਂ ਦੀ ਹਕੂਮਤ ਨੇ ਜਿਸ ਦੇਸ਼ ਦੇ ਵਿੱਚ ਰਹਿਣ ਵਾਲੇ ਪੰਜਾਬ ਦੇ ਵਾਸੀਆਂ ਨੇ, ਸਿੱਖਾਂ ਨੇ ਫੌਜ ਦੇ ਵਿੱਚ ਰਹਿ ਕੇ ਵੱਡੀਆਂ ਜੰਗਾਂ ਲੜੀਆਂ। 1971 ਦੀ ਜੰਗ, 1965 ਦੀ ਜੰਗ, ਤੇ ਭਾਵੇਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੰਗ ਕਿਉਂ ਨਾ ਹੋਵੇ, ਹਰ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਇਹਨਾਂ ਸੂਰਬੀਰ ਯੋਧਿਆਂ ਨੇ। ਤੇ ਗੁਰੂ ਕੀ ਸੰਗਤ ਜਦੋਂ ਸਮਾਂ ਬਣਿਆ ਤੇ ਸਮੇਂ ਦੀ ਹਕੂਮਤ ਨੇ 1984 ਵਿੱਚ ਆਪਣੇ ਹੀ ਦੇਸ਼ ਦੇ ਜਿਹੜੀ ਫੌਜ ਸੀ ਜਿਹਨੇ ਦੇਸ਼ ਦੀ ਰੱਖਿਆ ਕਰਨੀ ਸੀ, ਉਸ ਨੂੰ ਉਹ ਗੁਰੂ ਰਾਮਦਾਸ ਮਹਾਰਾਜ ਦਾ ਘਰ ਜਿਹੜਾ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ 38 40 ਦੇ ਕਰੀਬ ਗੁਰਧਾਮ ਜਿਨ੍ਹਾਂ ਨੂੰ ਘੇਰਾ ਪਾ ਕੇ ਫੌਜ ਚਾੜ ਦਿੱਤੀ ਤੋਪਾਂ ਟੈਂਕਾਂ ਦੇ ਨਾਲ। ਜਿਹੜਾ ਉੱਥੇ 6 ਦਿਨ ਘਮਸਾਨ ਦਾ ਯੁੱਧ ਹੁੰਦਾ ਰਿਹਾ, ਜਿੱਥੇ ਅੱਗੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਜਰਨਲ ਸ਼ਬੇਗ ਸਿੰਘ ਜੀ ਤੇ ਆਪਣੇ ਨਗਰਾਂ ਦੇ ਕਿੰਨੇ ਕੁ ਸਿੰਘ ਸੀ ਜਿਨ੍ਹਾਂ ਨੇ ਸਿਰ ਤੇ ਕਫਨ ਬੱਧਾ ਸੀ, ਜਿਨ੍ਹਾਂ ਨੇ ਗੁਰੂ ਦੀ ਰੱਖਿਆ ਵਾਸਤੇ ਆਪਣੀਆਂ ਸ਼ਹਾਦਤਾਂ ਦਾ ਜਾਮ ਪੀਤਾ। ਤੇ ਗੁਰੂ ਕੀ ਸੰਗਤ ਉਸੇ ਮਹਾਨ ਪਵਿੱਤਰ ਅਸਥਾਨ ਤੇ ਜਿੱਥੇ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕਰ ਦਿੱਤਾ, ਉੱਥੇ ਸੰਤ ਜਰਨੈਲ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਸ਼ਹੀਦ ਹੋਏ। ਪਰ ਸਮੇਂ ਦੇ ਨਾਲ ਲੋਕਾਂ ਦੇ ਵਿੱਚ ਪ੍ਰਚਾਰ ਜਿਹੜਾ ਹੋਇਆ ਕਿ ਸ਼ਾਇਦ ਸੰਤ ਜਿਹੜੇ ਨੇ ਉਹ ਪਾਕਿਸਤਾਨ ਦੀ ਧਰਤੀ 'ਚ ਚਲੇ ਗਏ। ਉਦੋਂ ਇਹ ਤਾਰ ਨਹੀਂ ਸੀ ਹੁੰਦੀ, ਉਦੋਂ ਇੱਥੇ ਕੋਈ ਰੋਕਥਾਮ ਨਹੀਂ ਸੀ। ਤੇ ਇਸ ਤਰ੍ਹਾਂ ਦੇ ਜਿਹੜੇ ਸੂਰਬੀਰ ਯੋਧੇ ਸਨ ਉਹ ਸੰਤਾਂ ਨੂੰ ਲੱਭਣ ਵਾਸਤੇ, ਉਹਨਾਂ ਨਾਲ ਰਲਣ ਵਾਸਤੇ ਉੱਥੇ ਗਏ। ਪਰ ਜਿਸ ਦਿਨ ਇਹ
ਯੋਧਿਆਂ ਦਾ ਜਥਾ ਆਇਆ ਤੇ ਸਮੇਂ ਦੀ ਹਕੂਮਤ ਨੇ ਤੁਹਾਡੇ ਨਗਰ ਇਲਾਕੇ ਦੇ ਵਿੱਚ ਇੱਥੋਂ ਦੇ ਬਜ਼ੁਰਗ ਜਾਣਦੇ ਹੋਣਗੇ ਜਿਨ੍ਹਾਂ ਨੇ ਅੱਖੀ ਉਹ ਸੀਨ ਵੇਖਿਆ ਹੋਵੇਗਾ। ਕਿਉਂਕਿ ਸ਼ਹੀਦ ਹੋਣਾ ਜਿਹੜਾ ਬੜਾ ਔਖਾ ਹੈ। ਸ਼ਹੀਦੀ ਐਵੇਂ ਨਹੀਂ ਮਿਲਦੀ, ਬੜੇ ਵੱਡੇ ਪੂਰਬਲੇ ਭਾਗ ਹੋਣ ਤਾਂ ਸ਼ਹਾਦਤ ਦਾ ਜਾਮ ਮਿਲਦਾ ਹੈ। ਸੱਚ ਦੇ ਮਾਰਗ ਤੇ ਚੱਲਣ ਵਾਸਤੇ ਆਉਂਦੇ ਤੇ ਸਾਰੇ ਨੇ, ਕਿਤੇ ਨਾ ਕਿਤੇ ਆਪਾਂ ਵੇਖਦੇ ਹਾਂ ਕਿੰਨੀਆਂ ਦੁਰਘਟਨਾਵਾਂ ਹੁੰਦੀਆਂ ਏ, ਕਿਤੇ ਕੋਈ ਨਾ ਕੋਈ ਮੌਤ ਹੋ ਜਾਂਦੀ ਏ, ਪਰ ਕੋਈ ਆਪਸ ਵਿੱਚ ਲੜ ਕੇ ਮਰ ਜਾਂਦਾ ਹੈ। ਪਰ ਜਿਹੜੀ ਸ਼ਹਾਦਤ ਦਾ ਜਾਮ ਪੀਣਾ ਉਹ ਸੂਰਬੀਰ ਯੋਧਿਆਂ ਦੇ ਹਿੱਸਾ ਆਇਆ ਹੈ। ਇੱਥੇ ਪਰਿਵਾਰ ਪੁੱਜੇ ਨੇ ਸਲੇਮਪੁਰ ਨਗਰ ਦਵਾਬੇ ਦੀ ਧਰਤੀ ਤੋਂ। ਉਹਨਾਂ ਦਾ ਬਰਖੁਰਦਾਰ ਬੱਚਾ ਜਿਹੜਾ ਸੀ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਬਾਣੇ ਵਿੱਚ ਪੂਰਾ, ਉਹ ਵੀ ਗੁਰੂ ਕੀ ਸੰਗਤ ਇਹਨਾਂ ਸ਼ਹੀਦਾਂ ਦੇ ਵਿੱਚ ਸ਼ਹੀਦ ਹੋਇਆ। ਤੇ ਇਹਨਾਂ ਸੂਰਬੀਰ ਯੋਧਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਜਾ ਕੇ ਤੇ ਜਿੱਥੇ ਆਪਾਂ ਕੁਰਬਾਨ ਕੀਤਾ ਉੱਥੇ ਉਹ ਚੜਾਈ ਹੋਈ ਲੜੀ ਜਿਹੜੀ ਸੀ ਉਸ ਨੂੰ ਮਜ਼ਬੂਤ ਕਰਨ ਵਾਸਤੇ ਜਿਹੜਾ ਸੀ ਇਹ ਬਹੁਤ ਵੱਡਾ ਯੋਗਦਾਨ ਪਾਇਆ। ਤੇ ਸਮਾਂ ਪਾ ਕੇ ਪਤਾ ਲੱਗਾ ਤੁਹਾਨੂੰ ਨਗਰ ਵਾਲਿਆਂ ਨੂੰ ਕਿ ਇਸ ਨਗਰ ਦੇ ਵਿੱਚ ਉਹ ਸਿੰਘ ਸ਼ਹੀਦ ਹੋਏ ਨੇ। ਪਰਿਵਾਰ ਦੇ ਨਾਲ ਘਟਨਾਵਾਂ ਵਾਪਰੀਆਂ, ਇਲਾਕੇ ਦੇ ਨਾਲ ਘਟਨਾਵਾਂ ਵਾਪਰੀਆਂ ਜਿਹੜੇ ਤੁਸੀਂ ਭਲੀ ਭਾਂਤ ਜਾਣੂ ਜੇ। ਕਿਉਂਕਿ ਜਿਹੜੇ ਬਾਣੇ ਵਾਲੇ ਸਿੰਘ ਨੇ ਗੁਰੂ ਕੀ ਸੰਗਤ, ਉਹਨਾਂ ਦਾ ਪ੍ਰਤੱਖ ਜਿਹੜੇ ਰਸਤੇ ਲੰਘ ਜਾਣ ਉਹਨਾਂ ਦਾ ਪ੍ਰਭਾਵ ਪੈਂਦਾ ਹੈ, ਉਹਨਾਂ ਦੇ ਜੀਵਨ ਵੱਲ ਵੇਖ ਕੇ ਸੰਗਤਾਂ ਦੇ ਉੱਤੇ ਅਸਰ ਪੈਂਦਾ ਹੈ। ਇਸ ਕਰਕੇ ਸਮੇਂ ਦੀ ਹਕੂਮਤ ਨੇ ਸਾਨੂੰ ਆਪਣਾ ਘਰ ਦੇਣ ਤੋਂ ਜਿਹੜਾ ਸੀ ਇਨਕਾਰ ਕੀਤਾ ਤੇ ਇੱਥੋਂ ਤੱਕ ਨੌਬਤਾਂ ਆਈਆਂ। ਕਿਉਂਕਿ ਨਾ ਸਾਡੇ ਸਕੂਲਾਂ ਵਿੱਚ ਪੜ੍ਹਾਈ ਕਿਸੇ ਢੰਗ ਦੀ, ਸਾਡੇ ਇਤਿਹਾਸ ਨੂੰ ਵੀ ਵਿਗਾੜਿਆ ਜਾ ਰਿਹਾ ਹੈ, ਸਾਡੇ ਬੱਚਿਆਂ ਦੇ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਸਾਡੀ ਜਿਹੜੀ ਖੇਤੀ ਸੀ ਉਹਦੇ ਵਿੱਚ ਵੀ ਆਪਾਂ ਵੇਖੋ ਕਿਵੇਂ ਜ਼ਹਿਰ ਪਾ ਕੇ ਤੇ ਕਿਸ ਤਰ੍ਹਾਂ ਅਸੀਂ ਪਵਨ ਤੇ ਪਾਣੀ ਜਿਹੜਾ ਉਹਨੂੰ ਖਰਾਬ ਕਰ ਰਹੇ ਹਾਂ। ਜਦੋਂ ਕਿ ਸਾਹਿਬ ਜੀ ਦੀ ਪਾਵਨ ਬਾਣੀ ਹੈ, ਪਹਿਲਾ ਪਾਣੀ ਜੀਓ ਹੈ, ਸਾਡਾ ਜੀਵਨ ਜਿਹੜਾ ਉਹ ਪਾਣੀ ਹੈ। ਜੇ ਪਾਣੀ ਨਾ ਮਿਲਿਆ ਤੇ ਸਾਡੀ ਮੌਤ ਹੈ। ਅਸੀਂ ਪਾਣੀ ਵੀ ਗੰਧਲਾ ਕਰ ਲਿਆ, ਪਾਣੀ ਵੀ ਡੂੰਘਾ ਕਰ ਲਿਆ। ਜਿਤ ਹਰਿਆ ਸਭ ਕੋਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਤੇ ਪ੍ਰਦੂਸ਼ਣ ਦੇ ਨਾਲ ਅਸੀਂ ਆਪਣੀ ਹਵਾ ਵੀ ਜਿਹੜੀ ਸੀ ਉਹਨੂੰ ਵੀ ਗੰਧਲਾ ਕਰ ਲਿਆ। ਇਸ ਕਰਕੇ ਸਾਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ। ਹਰ ਇੱਕ ਕੌਮ ਜਿਹੜੀ ਉਹ ਚਾਹੁੰਦੀ ਹੈ ਕਿ ਸਾਡੀ ਆਜ਼ਾਦੀ ਹੋਵੇ, ਸਾਨੂੰ ਆਪਣੇ ਹੱਕ ਮਿਲਣ ਤੇ ਹੱਕ ਲੈਣ ਵਾਸਤੇ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਕੂਲ ਦੀ ਵਿੱਦਿਆ, ਕਾਲਜ ਦੀ ਵਿੱਦਿਆ ਪੜ੍ਹਾ ਕੇ IPS ਅਫਸਰ ਬਣਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਸੰਥਿਆ ਕਰਵਾ ਕੇ, ਗੁਰ ਇਤਿਹਾਸ ਤੋਂ ਜਾਣੂ ਕਰਵਾ ਕੇ, ਤਾਂ ਕਿ ਜਦੋਂ ਤੁਹਾਡੇ ਬੱਚੇ ਪੜ੍ਹ ਲਿਖ ਕੇ ਉੱਚ ਅਹੁਦਿਆਂ ਤੇ ਬਹਿਣਗੇ ਉਹ ਨਾਲ ਸਮਾਜ ਦੀ ਸੇਵਾ ਕਰਨਗੇ, ਨਾਲ ਪਰਿਵਾਰ ਦਾ ਨਿਰਵਾਹ ਕਰਨਗੇ ਤੇ ਨਾਲ ਜਿਹੜਾ ਆਪਾਂ ਰੋਜ਼ਾਨਾ ਸਵੇਰ ਸ਼ਾਮ ਗੁਰੂ ਦੀ ਗੋਦ ਵਿੱਚ ਦੋਹਰਾ ਪੜ੍ਹਦੇ ਆ ਨਾ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਉਹ ਗੁਰੂ ਕੀ ਸੰਗਤ ਪੜ੍ਹਨ ਵਾਸਤੇ ਨਹੀਂ ਆ, ਇਹ ਰਾਜ ਕਰਨ ਵਾਸਤੇ ਆ। ਸਿੱਖਾਂ ਨੇ ਪਹਿਲਾਂ ਵੀ ਰਾਜ ਕੀਤਾ। ਇੱਕ ਦਿਨ ਰਾਜ ਕੀਤਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ, ਫਿਰ ਰਾਜ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭੁੱਲ ਨਹੀਂ ਸਕਦਾ, ਜਿਹੜੇ ਲੋਕ ਜਾਣਦੇ ਨੇ ਪੁੱਛੋ ਉਹਨਾਂ ਕੋਲੋਂ। ਤੇ ਗੁਰੂ ਕੀ ਸੰਗਤ ਇਸ ਕਰਕੇ ਉਹ ਰਾਜ ਜਿਹੜਾ ਸੀ ਉਹਦੇ ਵਾਸਤੇ ਸਾਨੂੰ ਤਿਆਰੀ ਕਰਨੀ ਪਵੇਗੀ। ਜਦੋਂ ਸਾਡੇ ਬੱਚੇ ਪੜ੍ਹ ਲੈ ਕੇ ਉੱਚ ਅਹੁਦਿਆਂ ਤੇ ਬੈਠਣਗੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦਾ ਪ੍ਰਚਾਰ ਕਰਨਗੇ ਤੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਨਗੇ। ਅੱਜ ਸਾਨੂੰ ਖਤਰਾ ਹੈ ਕਿ ਸਾਡੇ ਪਿੰਡਾਂ ਵਿੱਚ ਦੂਜੇ ਧਰਮਾਂ ਦੇ ਲੋਕ ਆ ਕੇ ਗਰੀਬ ਲੋਕਾਂ ਨੂੰ ਵਰਗਲਾ ਰਹੇ ਨੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਘਰ ਜਿਹੜਾ ਹੈ ਉਹ ਸਾਰਿਆਂ ਵਾਸਤੇ ਸਾਂਝਾ ਹੈ। ਸਾਨੂੰ ਸਾਰਿਆਂ ਨੂੰ ਰਲ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ, ਤਾਂ ਕਿ ਜਦੋਂ ਅਸੀਂ ਗੁਰੂ ਨਾਨਕ ਦੇ ਘਰ ਦੀ ਗੱਲ ਕਰਾਂਗੇ ਤੇ ਇੱਥੇ ਕਿਸੇ ਨੂੰ ਵਿਸ਼ੇਸ਼ ਮਾਣ ਨਹੀਂ ਮਿਲਦਾ ਕਿ ਫਲਾਣਾ ਪ੍ਰਚਾਰਕ ਹੈ ਜਾਂ ਇਹ ਬਾਬਾ ਹੈ ਜਾਂ ਇਹ ਸੰਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਏ ਤੇ ਸੰਗਤਾਂ ਨੂੰ ਜਪਾਉਂਦਾ ਏ, ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੋਚਦਾ ਵਾਂ। ਇਸ ਕਰਕੇ ਗੁਰੂ ਕੀ ਸੰਗਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਅਸੀਂ ਸਾਰੇ ਪ੍ਰਮਾਤਮਾ ਦੀ ਭਾਲ ਵਿੱਚ ਤੁਰੇ ਹਾਂ ਕਿ ਸਾਨੂੰ ਪ੍ਰਮਾਤਮਾ ਦੀ ਜਿਹੜੀ ਹੈ ਉਹਦੇ ਘਰ ਦੀ ਵਡਿਆਈ, ਸਾਨੂੰ ਜਿਉਂਦੇ ਜੀ ਮੁਕਤੀ ਮਿਲ ਜਾਵੇ। ਪਰ ਅਸੀਂ ਵੱਖ-ਵੱਖ ਧਰਮਾਂ ਵੱਲ, ਵੱਖ-ਵੱਖ ਨਕਲੀ ਦੰਬੀਆਂ ਪਖੰਡੀਆਂ ਦੇ ਡੇਰਿਆਂ ਵੱਲ ਤੁਰੇ ਫਿਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਵੀ ਸਾਰਿਆਂ ਨੂੰ ਹੁਕਮ ਆ
ਕਿਸੇ ਨੂੰ ਇਹ ਨਹੀਂ ਕਿਹਾ ਕਿ ਮੰਨਣਾ ਕਿ ਨਹੀਂ ਮੰਨਣਾ। ਸਿੱਖਾਂ ਨੂੰ ਹੁਕਮ ਕੀਤਾ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲਬੋ ਚਾਹੇ, ਹੁਣ ਕਿਹੜਾ ਪ੍ਰਮਾਤਮਾ ਨੂੰ ਮਿਲਣਾ ਨਹੀਂ ਚਾਹੁੰਦਾ ਭਾਈ, ਸਾਰੇ ਮਿਲਣਾ ਚਾਹੁੰਦੇ ਨੇ। ਕਹਿੰਦੇ ਜੋ ਪ੍ਰਭ ਕੋ ਮਿਲਬੋ ਚਾਹੇ, ਜਿਹੜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ, ਖੋਜ ਸ਼ਬਦ ਮੈਂ ਲੈ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਸਹਿਜ ਪਾਠ ਦੇ ਰੂਪ ਵਿੱਚ, ਅਖੰਡ ਪਾਠ ਸਾਹਿਬ ਦੇ ਰੂਪ ਵਿੱਚ ਜਦੋਂ ਆਪਾਂ ਪੜ੍ਹਾਂਗੇ, ਫਿਰ ਸਾਨੂੰ ਕੋਈ ਆਣ ਕੇ ਦੂਜੇ ਧਰਮ ਵਾਲਾ ਇਹ ਨਹੀਂ ਕਹਿ ਸਕਦਾ ਕਿ ਆਓ ਸਾਡੇ ਧਰਮ ਵਿੱਚ। ਪਰਮਾਤਮਾ ਹਰਿਮੰਦਰ ਸਾਹਿਬ ਸਤਿਗੁਰ ਦਿਖਾਈ ਦੇਣਾ ਚਾਹੀਦਾ, ਪਰ ਜਦੋਂ ਅਸੀਂ ਦੁਨੀਆਦਾਰੀ ਦੀ ਗੱਲ ਕਰਨੇ ਆ ਤੇ ਉਦੋਂ ਅਸੀਂ ਰੱਬ ਨੂੰ ਯਾਦ ਕਰੀਏ, ਚੰਗੀ ਗੱਲ ਆ, ਪਰ ਰੱਬ ਨੂੰ ਯਾਦ ਕਰਦਿਆਂ ਦੁਨੀਆ ਵਿੱਚ ਖਿਲਰ ਜਾਣਾ ਇਹ ਸਾਡੀ ਕਮਜ਼ੋਰੀ ਹੈ। ਸੋ ਸਿੰਘ ਸਾਹਿਬ ਦਾ ਬਹੁਤ ਹੀ ਧੰਨਵਾਦ। ਮੈਂ ਸਮਝਣਾ ਕਿ ਉਹਨਾਂ ਦੇ ਆਉਣ ਨਾਲ ਸਾਡਾ ਇਹ ਜੋ ਪਵਿੱਤਰ ਸਥਾਨ ਆ ਗੁਰਦੁਆਰਾ ਸਾਹਿਬ ਸ਼ਹੀਦਾਂ ਦੇ ਨਾਂ 'ਤੇ, ਇਹ ਬੜੇ ਵੱਖਰੇ ਤਰੀਕੇ ਨਾਲ ਫੈਲ ਜਾਵੇਗਾ, ਕਿਉਂਕਿ ਇਸ ਕਾਰਜ ਨੂੰ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਪੱਖੋ ਕੇ ਜਦੋਂ ਦਾ ਮੇਲਾ ਆਰੰਭ ਹੋਇਆ, ਉਹਨਾਂ ਦੀ ਸ਼ਮੂਲੀਅਤ, ਉਹਨਾਂ ਦਾ ਹੀਲਾ ਵਸੀਲਾ ਕੰਟੀਨਿਊ ਜਾਰੀ ਰਿਹਾ। ਸੋ ਸਾਡੇ ਨਗਰ ਦੀ ਸੰਗਤ, ਇਲਾਕੇ ਦੀ ਸੰਗਤ ਹਮੇਸ਼ਾ ਉਹਨਾਂ ਦੀ ਰੀਣੀ ਰਹੀ ਹੈ, ਕਿਉਂਕਿ ਉਹਨਾਂ ਦਾ ਇੱਕ ਵੱਖਰਾ ਹੀ ਪੱਖ ਆ ਨਿਵੇਕਲਾ, ਹਕੀਕਤ ਨੂੰ ਜਾਣਨਾ ਉਹਨਾਂ ਦਾ ਇੱਕ ਫਰਜ਼ ਹੈ ਕਿ ਡਿਊਟੀ ਆ, ਹਕੀਕਤ ਤੱਕ ਪਹੁੰਚ ਕਰਦੇ ਨੇ। ਸੋ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਇੱਥੇ ਪਹੁੰਚਣ 'ਤੇ, ਭਾਵੇਂ ਉਹ ਇਸ ਕਮੇਟੀ ਦੇ ਮੈਂਬਰ ਨੇ, ਮਾਲਕ ਨੇ, ਪਰ ਫਿਰ ਵੀ ਸਾਡੇ ਵਾਸਤੇ ਬਹੁਤ ਸਤਿਕਾਰਯੋਗ ਨੇ। ਸੋ ਮੈਂ ਬੇਨਤੀ ਕਰਾਂਗਾ ਕਿ ਪੱਖੋਕੇ ਸਾਹਿਬ ਮਾਈਕ 'ਤੇ ਕੁਝ ਮਿੰਟਾਂ ਵਾਸਤੇ ਆਉਣ ਅਤੇ ਸੰਗਤਾਂ ਨੂੰ ਮੁਖਾਤਬ ਹੋਣ। ਸਤਿਕਾਰਯੋਗ ਵੀਰ ਬਲਵਿੰਦਰ ਸਿੰਘ ਜੀ ਪੱਖੋਕੇ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ 'ਚ ਬੈਠੀ ਸ਼ਹੀਦ ਸਿੰਘਾਂ ਦੀ ਯਾਦ ਮਨਾ ਰਹੀ ਗੁਰੂ ਰੂਪ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਤਿਗੁਰੂ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਅੱਜ ਅਸੀਂ 30 ਅਗਸਤ 1986 ਨੂੰ ਚੀਮਾ ਪਰਿਵਾਰ ਦੀ, ਸੰਤ ਗੁਰਚਰਨ ਸਿੰਘ ਜੀ ਚੀਮਾ, ਉਹਨਾਂ ਦੀ ਜ਼ਮੀਨ ਦੇ ਵਿੱਚ ਸ਼ਹੀਦ ਹੋਏ 10 ਜਿਹੜੇ ਸ਼ਹੀਦ ਯੋਧੇ ਸੀਗੇ, ਉਹਨਾਂ ਦੀ ਯਾਦ 'ਚ ਇਕੱਤਰ ਹੋਏ ਹਾਂ। ਸ਼ੁਕਰਗੁਜ਼ਾਰ ਹਾਂ ਸਿੰਘ ਸਾਹਿਬ, ਭਾਈ ਮਲਕੀਤ ਸਿੰਘ ਜੀ ਜੋ ਕਿ ਮੁੱਖ ਗ੍ਰੰਥੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ। ਸਤਿਗੁਰੂ ਜੀ ਦੀ ਕਿਰਪਾ ਨਾਲ ਛੋਟੀ ਜੀ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਪ੍ਰਵਾਨ ਕੀਤੀ, ਤੇ ਅੱਜ ਇਸ ਸ਼ਹੀਦੀ ਸਮਾਗਮ ਦੇ ਵਿੱਚ ਉਹ ਵਿਸ਼ੇਸ਼ ਤੌਰ 'ਤੇ ਪਹੁੰਚੇ ਆ। ਇਸ ਨਗਰ ਵੱਲੋਂ, ਪਰਿਵਾਰ ਵੱਲੋਂ, ਇਸ ਇਲਾਕੇ ਵੱਲੋਂ, ਸ਼ਹੀਦ ਪਰਿਵਾਰਾਂ ਵੱਲੋਂ ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਤੇ ਉਹਨਾਂ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਵੀ ਕਰਦੇ ਹਾਂ। ਸਤਿਗੁਰੂ ਜੀ ਦੀ ਬਖਸ਼ਿਸ਼ ਕਰਕੇ ਮੈਨੂੰ ਸੇਵਾ ਬਖਸ਼ੀ ਹੈ ਸ਼ਹੀਦ ਪਰਿਵਾਰਾਂ ਦੀ, ਔਰ ਮੈਂ 2015 ਤੋਂ ਲਗਾਤਾਰ ਇੱਕ ਚੈਨਲ ਦੇ ਲਈ, ਇਸ ਤੋਂ ਪਹਿਲਾਂ ਚੈਨਲ ਕੋਈ ਹੋਰ ਸੀ, ਉਸ ਤੋਂ ਬਾਅਦ PTN 24 ਚੈਨਲ ਜੋ ਕਿ ਕੈਨੇਡਾ ਬੇਸਡ ਚੈਨਲ ਆ, ਉਸ ਚੈਨਲ ਦੇ ਉੱਤੇ ਮੈਂ ਸ਼ਹੀਦ ਪਰਿਵਾਰਾਂ ਦੀਆਂ ਦਾਸਤਾਨਾਂ ਜਿਹੜੀਆਂ ਉਹ ਸੰਗਤਾਂ ਦੇ ਨਾਲ ਸਾਂਝੀਆਂ ਕਰਦਾ ਰਹਿੰਦਾ। ਉਹਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ, ਪ੍ਰੋਬਲਮਾਂ ਏਜੰਸੀਆਂ ਵੱਲੋਂ, ਪ੍ਰਸ਼ਾਸਨ ਵੱਲੋਂ, ਮਹਿਕਮੇ ਵੱਲੋਂ, ਪੁਲਿਸ ਵੱਲੋਂ ਕਈ ਤਰ੍ਹਾਂ ਦੀਆਂ ਪੁੱਛਾਂ ਗਿੱਛਾਂ ਹੁੰਦੀਆਂ ਰਹੀਆਂ, ਤੇ ਮੈਂ ਸਮਝਣਾ ਕਿ ਸ਼ਾਇਦ ਇਹ ਉਹਨਾਂ ਸ਼ਹੀਦਾਂ ਦਾ ਆਸ਼ੀਰਵਾਦ ਆ, ਉਹਨਾਂ ਸ਼ਹੀਦਾਂ ਦੀਆਂ ਮਾਵਾਂ ਦੀਆਂ ਦੁਆਵਾਂ ਨੇ ਕਿ ਮੈਂ ਅਜੇ ਤੱਕ 7 ਸਾਲ ਹੋ ਗਏ ਜੇ ਕਿ ਪੁੱਛ ਗਿੱਛ 'ਚ ਤੇ ਕਸਰ ਕੋਈ ਨਹੀਂ ਬਾਕੀ ਰਹੀ। ਵੱਡੀਆਂ ਵੱਡੀਆਂ ਏਜੰਸੀਆਂ, ਇੰਟੈਲੀਜੈਂਸ ਵਿੰਗ, ਕਾਊਂਟਰ ਇੰਟੈਲੀਜੈਂਸ ਵਾਲੇ, NIA ਵਾਲੇ, ਤੁਹਾਨੂੰ ਪਤਾ ਹੋਏਗਾ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਤੇ ਬਹੁਤ ਸਾਰੇ ਨੋਟਿਸ ਕਿਸਾਨਾਂ ਨੂੰ ਵੀ ਆਏ ਸੀ NIA ਵਾਲੇ। ਤੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਸਭ ਤੋਂ ਪਹਿਲਾ ਨੋਟਿਸ NIA ਵੱਲੋਂ ਕਿਸਾਨ ਅੰਦੋਲਨ 'ਚ ਮੈਨੂੰ ਆਇਆ ਸੀ, ਤੇ ਮੈਂ ਉਦੋਂ ਕਿਸਾਨ ਲੀਡਰਾਂ ਨੂੰ ਕਿਹਾ ਵੀ ਮੈਨੂੰ NIA ਵਾਲੇ ਸੱਦਣ ਡਏ ਨੇ, ਪੁੱਛ ਗਿੱਛ ਕਰਦੇ ਨੇ, ਤੇ ਉਹ ਐਸ ਕੰਨ ਸੁਣਦੇ ਸੀ ਤੇ ਐਸ ਕੰਨ ਕੱਢ ਦਿੰਦੇ ਸੀ। ਜਦੋਂ ਫਿਰ ਧੜਾ ਧੜ ਉਹਨਾਂ ਨੂੰ ਨੋਟਿਸ ਆਏ, ਫਿਰ ਚੀਕਾਂ ਮਾਰੀਆਂ ਉਹਨਾਂ, ਚਲੋ ਫਿਰ ਉਹਨਾਂ ਦਾ ਵੀ ਖਹਿੜਾ ਛੁੱਟਾ, ਮੇਰਾ ਵੀ ਛੁੱਟਾ। ਇਹ ਸਭ ਸਤਿਗੁਰੂ ਦੀ ਬਖਸ਼ਿਸ਼ ਹੈ। ਪਰ ਜਿਹੜੀ ਇਹ 10 ਸ਼ਹੀਦ ਸਿੰਘਾਂ ਦੀ ਗੱਲ ਜਦੋਂ ਪਰਿਵਾਰ ਦੇ ਨਾਲ ਅਸੀਂ ਰਿਕਾਰਡ ਕਰਕੇ ਸੰਗਤ ਨਾਲ ਸਾਂਝੀ ਕੀਤੀ ਕਿ ਉਹਨਾਂ 10 ਦੇ ਬਾਰੇ ਪਤਾ ਹੀ ਨਹੀਂ ਉਹ ਕਿੱਥੋਂ ਦੇ ਸਨ, ਕੌਣ ਸਨ, ਪਰ ਇਸ ਗੱਲ ਦਾ ਪਰਿਵਾਰ ਨੂੰ ਵੀ ਪਤਾ ਸੀ। ਚਲੋ ਤੁਹਾਡੇ ਇੱਥੇ 2-3 ਕਿਲੋਮੀਟਰ 'ਤੇ ਹੀ ਮੇਰਾ ਪਿੰਡ ਆ, ਤੇ ਮੈਨੂੰ ਵੀ ਪਤਾ ਸੀ ਕਿ ਉਹ ਕੋਈ ਸਧਾਰਨ ਸ਼ਹੀਦ ਸਿੰਘ ਨਹੀਂ ਸੀਗੇ। ਸ਼ਹੀਦ ਸਿੰਘ ਤੇ ਕੋਈ ਵੀ ਸਧਾਰਨ ਨਹੀਂ ਹੁੰਦਾ, ਪਰ ਜਿਸ ਤਰ੍ਹਾਂ ਇਹਨਾਂ 10 ਸ਼ਹੀਦ ਸਿੰਘਾਂ ਨੇ ਇੱਕ ਹਿਸਾਬ ਨਾਲ ਜ਼ਾਹਰ ਹੋ ਕੇ ਇਸ ਪਰਿਵਾਰ ਦੇ ਕੋਲੋਂ ਸੇਵਾ ਲਈ ਆ, ਤੇ ਜਿਹੜੀ ਫਿਰ ਬਖਸ਼ਿਸ਼, ਕਿਰਪਾ ਜਿਹੜੀ ਇਸ ਪਰਿਵਾਰ 'ਤੇ ਉਹਨਾਂ ਨੇ ਬਣਾਈ ਰੱਖੀ ਆ, ਜਿਹੜੀਆਂ ਤੰਦਰੁਸਤੀਆਂ, ਤਰੱਕੀਆਂ ਇਸ ਪਰਿਵਾਰ ਨੇ ਕੀਤੀਆਂ ਨੇ,
इस पिंड नूं नहीं, साडे सारे इलाके नूं पता ये परिवार कित्थों कित्थे पहुँच गया। इन्नियां बख्शिशां रहमतां मैं क्या अपनी वीडियो च, ओए लोगो इन्हां खाड़कू सिंघां नूं, इन्हां 10वें पातशाह दे सिंघां नूं अतवादी लुटेरे कातल कहण वालिओ, ये शहीद सिंघां दा लैवल की आ? वो किते रतल छतल पिंड आण के किते चीमा परिवार नूं पुछो ये किस तरह के सिंह सी। अज इत्थे पहुँचे ने उन्हां 10 सिंघां दे विचों शहीद भाई हरचंद सिंह का परिवार पहुँचा और मैं बड़ा खुश होया कि उन्होंने पिता जी के नाल उन्होंने भरा, उन्होंने भरजाइयां, पूरा परिवार, भैणां, सब परिवार पहुँचा इत्थे। शहीद भाई कुलवंत सिंह लील कला पिंड कादियां थाने च पैंदा है, उस परिवार के मैंबर पहुँचे ने और इस गल का मेरी गल हुई है शहीद भाई हरचंद सिंह जी के पिता जी नाल, उन्होंने परिवारक मैंबरां नाल। ते बलविंदर सिंह तेरी वीडियो तो बाद पता लगा कि साडे बच्चों की याद 1986 तो मनाई जा रही है उत्थे। मैं क्या किते आओ इस परिवार वालों मैं इस शहीद सिंघां दे परिवारां नूं एक बेनती कर लगा कि मैं तो समझना कि एक गल सरपंच हरभजन सिंह भी कहणगे कि शहीद सिंघां दे परिवारां नूं इह बेनती है कि बेझिझक रत्तल छत्तल इस घर च आया करो, इस घर दे विच तुहाडा भी हिस्सा हैगा जी, ये तुहाडे भी बच्चों का घर जे। 6.25 किले जमीन तुहाडे बच्चों के नाम कर दी है ना। मैं गल कर रहा जट बन्ना नहीं जे वड्डण दिंदा। 4.5 किले पैली उत्थे, 2.25 किले इत्थे जिथे आ गुरु घर सुशोभित है, इन्हां ने उन्हां शहीदां दे नाम ते कर दित्ती आ। ते मैनूं दस रहे सीगे परिवारक मैंबर चीमा परिवार के हरभजन सिंह हुणी कि 1986 च असीं 20 किले के मालक सां ते जदों दी सेवा करनी शुरू की है ना अज 100 किले के मालक जे। मैं बार बार वो गल कह लग्या कि इन्हों अतवादी लुटेरे कातल कहण वालिओ, इन्हां दियां बख्शिशां रहमतां वेखो 10वें पातशाह दे सिखां दियां कैसी कृपा है। और इस परिवार दे विच तुहानूं आण के कदी लगेगा नहीं गा भी असीं अपने घर नहीं आए। ये इस तरह का परिवार है संत गुरचरण सिंह चीमा का परिवार। इन्हों अज इन्ने खुश ने, उन्होंने 10 सिंघां चों अज 2 ही परिवार पहुँचे ने साडे तो। असीं अपने चैनल के माध्यम राही वीडियोज़ बन रही ने, सोशल मीडिया के ताईं भी ये वीडियो जानियां ने। मैं तमाम संगतां नूं बेनती करांगा कि वीडियो नूं वध तों वध शेयर कर दिओ, सानूं बाकी 8 परिवार भी लग जाण। वो हुण 8 परिवार ये चीमा परिवार के परिवारक मैंबर बन गए ने। बहुत ज़्यादा तुसीं जिथे किते वीडियो सुनते हो और जिहड़े परिवार 2 पहुँचे ने इन्हों हाथ जोड़ के बेनती है कि अपनियां डायरियां च लिख लो ये 9 तरीक पक्की तुहाडे बच्चों के नाम दे, तुहाडे शहीदां दे नाम जे इस परिवार ने कीती, इस नगर ने कीती, इस इलाके ने कीती। इस तो अगे असीं होर भी जिन्ने इलाके दे शहीद परिवार ने वो सारे ही इत्थे एकत्र करिया करने आ। समूहक तौर के उत्ते असीं इत्थे शहीदी समागम जिहड़े आ वो करिया करांगे वड्डे पद्धर ते। अज सिंह साहब का अज साडे समागम दे विच आउण करके साडी मॉरल सपोर्ट इन्नी बन गई आ, सानूं इन्नी प्रसन्नता हो रही है, इन्ना माण महसूस हो रहा कि ये आउण वाले समय दे विच बड़ा वड्डा शहीदी समागम होएगा इत्थे, क्योंकि शहीदां दीयां बख्शिशां ने। अज पहुँचे ने जिहड़े शहीद परिवार भाई परमजीत सिंह जी बाठ जो कि शहीद भाई चरणजीत सिंह बाठ के भरा ने और श्रोमणी कमेटी के बतौर इंस्पैक्टर जी सेवा निभा रहे हैं। और भाई बलजिंदर सिंह के वारसां दे विचों भाई सलविंदर सिंह मान पहुँचे ने, भाई रणजीत सिंह राणा ठेठर के वड्डा नां सी खाड़कू सभा दे विच, उन्हां दे भाई साहब मेजर सिंह पहुँचे ने। इसे ही नगर का एक महान योद्धा भाई बलजीत सिंह बब्बर खालसा इंटरनेशनल का ऐसा योद्धा कि मैं समझांगा कि जो मैं ये कह दियाँ कि अनसंग हीरो ऑफ द रत्तल छत्तल, उन्होंने अजे मैं दास्तान रिकॉर्ड नहीं कर सकिया। मैं इस गल की माफ़ी पूरी संगत कोलों भी मंगदा तो उस परिवार कोलों भी, क्योंकि कई बार भी संपर्क करते वो परिवारक मैंबर मैनूं इत्थे नहीं मिल सके, उन्होंने बहुते परिवारक मैंबर विदेशों सैट ने। भाई बलजीत सिंह की भाणजी मैनूं आप एक बारी 1 लाख रुपया दे के गई पिंड पक्खों के आके कि वीर जी तुसीं शहीद परिवारों की सेवा करते हो, साडा भी हिस्सा पा लो। शहीद परिवार इस तरह के नहीं,
ਮੈਨੂੰ ਪਤਾ ਲੱਗਾ ਕਿ ਲੀਲ ਕਲਾਂ ਤੋਂ ਪਰਿਵਾਰ ਆਇਆ ਸ਼ਾਇਦ ਗੁਰਦੁਆਰਾ ਸਾਹਿਬ ਦੇ ਲਈ 21,000 ਰੁਪਏ ਦੀ ਸੇਵਾ ਲੈ ਕੇ। ਬੋਲੇ ਸੋ ਨਿਹਾਲ। ਕਿਉਂਕਿ ਗੁਰਦੁਆਰਾ ਉਹਨਾਂ ਦਾ, ਇਹ ਜ਼ਮੀਨ ਉਹਨਾਂ ਦੀ, ਇਹ ਘਰ ਹੈ ਉਹਨਾਂ ਦਾ, ਤੇ ਉਹਨਾਂ ਨੇ ਜੋ ਆਸ਼ੀਰਵਾਦ ਦਿੱਤੇ, ਕਿਤੇ ਆ ਕੇ ਇੱਥੇ ਬੈਠ ਕੇ ਕਿਤੇ ਅਰਦਾਸ ਕਰਕੇ ਵੇਖਿਓ। ਉਹ ਕੋਈ ਸਧਾਰਨ ਸਿੰਘ ਨਹੀਂ ਸਨ ਜਿਹੜੇ ਉਹ ਸ਼ਹੀਦ ਹੋ ਗਏ। ਇੱਕ ਸਾਰੇ ਦੇ ਸਾਰੇ ਬਿਹੰਗਮ ਸੀ। ਉਹਨਾਂ ਦੇ ਵਿੱਚ ਸੀ ਇੱਕ ਭਾਈ ਸੂਰਤਾ ਸਿੰਘ, ਹਰਚੋਵਾਲ ਤੋਂ, ਵਡੇਰੀ ਉਮਰ ਦਾ ਸੀ, ਵਿਆਹਿਆ ਉਹ ਵੀ ਨਹੀਂ ਸੀ। ਜਿਹੜੀਆਂ ਗੱਲਾਂ ਮੈਨੂੰ ਭਾਈ ਹਰਚੰਦ ਸਿੰਘ ਦੇ ਪਿਤਾ ਜੀ ਨੇ ਦੱਸੀਆਂ ਨੇ, ਮੈਂ ਵੱਖਰੀ ਰਿਕਾਰਡਿੰਗ ਕਰਨੀ ਆ ਉਹਨਾਂ ਦੇ ਲਈ, ਬਾਅਦ 'ਚ ਉਹ ਵੀ ਤੁਸੀਂ ਮੇਰੇ ਚੈਨਲ ਦੇ ਮਾਧਿਅਮ ਰਾਹੀਂ ਵੇਖਣੀ ਆ। ਮੈਂ ਪੁੱਛਣਾ ਚਾਹੁੰਦਾ ਕਿਸ ਤਰ੍ਹਾਂ ਦਾ ਜੀਵਨ ਸੀ ਉਹਨਾਂ ਦਾ। ਆਨੰਦ ਕਾਰਜ ਕਰਨ ਲੱਗੇ ਨੇ ਤੇ ਉੱਥੋਂ ਬੱਸੇ ਚੜ੍ਹ ਕੇ ਤੁਰ ਆਇਆ, ਕਹਿੰਦਾ ਵੀ ਮੈਂ ਆਨੰਦ ਕਾਰਜ ਨਹੀਂ ਕਰਨਾ। ਆਰਮੀ 'ਚ ਭਰਤੀ ਹੋਇਆ, 2 ਸਾਲ ਬਾਅਦ ਹੀ ਤੁਰ ਆਇਆ। ਹਰ ਵਕਤ ਗੁਰੂ ਘਰ 'ਚ ਹੀ ਬੈਠੇ ਰਿਹਾ। ਮੈਨੂੰ ਉਹਨਾਂ ਦੇ ਭਾਈ ਸਾਹਿਬ ਨੇ ਦੱਸਿਆ, ਕਹਿੰਦੇ ਵੀ ਮੈਂ ਛੋਟਾ ਜਿਹਾ ਸਾਂ, ਬੱਚਾ ਸਾਂ, ਤੇ ਮੈਂ ਉਹਨੂੰ ਕਿਹਾ ਆਪਣੇ ਭਰਾ ਨੂੰ, ਭਾਈ ਹਰਚੰਦ ਸਿੰਘ ਦੀ ਗੱਲ ਕਰ ਰਿਹਾ ਜਿਹੜਾ 10 ਸਿੰਘਾਂ 'ਚ ਸ਼ਹੀਦ ਹੋਇਆ, ਆਂਦੇ ਵੀ ਤੂੰ ਤੇ ਬਣ ਗਿਆ ਨਿਹੰਗ ਤੇ ਸਾਨੂੰ ਰੋਟੀ ਕਿਹਨੇ ਖਵਾਉਣੀ, ਤੇ ਤੂੰ ਹਰ ਵਕਤ ਪਾਣੀ ਪੜਦਾ ਨਹੀਂ ਨਾ, ਤੈਨੂੰ ਕੰਮ ਕਰਦਾ। ਤੇ ਉਹਨੇ ਕਿਹਾ ਵੀ ਕਾਕਾ ਇਦਾਂ ਨਹੀਂ ਕਰੀਦਾ, ਸੇਵਾ ਸਿਮਰਨ ਕਰਨ ਵਾਲੇ ਸਿੰਘਾਂ ਨੂੰ ਇਸ ਤਰ੍ਹਾਂ ਦੇ ਮਖੌਲ ਨਹੀਂ ਕਰੀਦੇ। ਕਹਿੰਦੇ ਇਕੱਠੇ ਸੁੱਤੇ, ਰਾਤ 2-3 ਚਪੇੜਾਂ ਵੱਜੀਆਂ। ਮੈਂ ਆਖਿਆ ਵੀ ਮੈਨੂੰ ਕਾਹਲੀ ਚਪੇੜਾਂ ਮਾਰ ਰਹੇ ਹੋ ਭਾਜੀ? ਉਹ ਕਹਿੰਦੇ ਮੈਂ ਤੇ ਸੁੱਤਾ, ਮੈਂ ਤੇ ਨਹੀਂ ਤੈਨੂੰ ਕੋਈ ਚਪੇੜ ਮਾਰੀ। ਸਵੇਰੇ ਆਪਣੇ ਮਾਤਾ ਪਿਤਾ ਨੂੰ ਸ਼ਿਕਾਇਤ ਲਾਤੀ ਕਿ ਮੈਨੂੰ ਚਪੇੜਾਂ ਮਾਰੀਆਂ ਮੈਨੂੰ ਵੀਰ ਨੇ। ਉਹਦੇ ਜੀ ਮੈਂ ਸੁੱਤਾ ਹੈ, ਮੈਨੂੰ ਮਖੌਲ ਕਰਦਾ ਸੀ, ਇਹਨੂੰ ਚਪੇੜਾਂ ਪਤਾ ਨਹੀਂ ਕੌਣ ਮਾਰ। ਉਹਨਾਂ ਸਿੰਘਾਂ ਤੇ ਪਹਿਲਾਂ ਹੀ ਸ਼ਹੀਦੀ ਪੈਰੇ ਸੀਗੇ, ਉਹਦੇ ਪਹਿਲਾਂ ਹੀ ਬੜੀ ਕਿਰਪਾ ਦੇ ਪਾਤਰ ਸੀਗੇ ਉਹ ਸਿੰਘ। ਤੇ 2 ਸਾਲ ਉਹਨਾਂ ਪਾਕਿਸਤਾਨ ਦੇ ਵਿੱਚ ਵੀ ਬੜੀ ਬੰਦਗੀ ਭਗਤੀ ਕੀਤੀ ਹੈ। ਵਾਹ, ਅਸੀਂ ਸ਼ਹੀਦ ਪਰਿਵਾਰਾਂ ਨੂੰ ਕੀ ਦੇਣਾ? ਮੈਂ ਸੋਚਿਆ ਵੀ ਮੇਰੇ ਵੱਲੋਂ ਭੇਟਾ ਇਹਨਾਂ ਪਰਿਵਾਰਾਂ ਨੂੰ ਹੈ। ਮੇਰੀ ਇੱਕ ਸੰਸਥਾ ਲੰਗਰ ਸੁਸਾਇਟੀ ਇੰਟਰਨੈਸ਼ਨਲ ਕੈਨੇਡਾ 'ਚ, ਤੇ ਜਦੋਂ ਵੀ ਅਸੀਂ ਕਿਸੇ ਸ਼ਹੀਦ ਪਰਿਵਾਰ ਦੀ ਗੱਲ ਕਰਦੇ ਹਾਂ, ਉਹਨਾਂ ਦਾ ਅਸੀਂ ਹਿਸਟਰੀ ਰਿਕਾਰਡ ਕਰਦੇ ਹਾਂ, ਤੇ ਅਸੀਂ 15-15 ਹਜ਼ਾਰ ਦਿੰਦੇ ਹਾਂ। ਤੇ ਅੱਜ ਮੈਨੂੰ ਇਹ ਸੀ ਕੁਛ ਭੇਟਾ ਇੰਨੀ ਸੀ ਮੇਰੇ ਕੋਲ ਵੀ ਜੇ 10 ਪਰਿਵਾਰ ਆ ਗਏ ਤੇ 10-10 ਹਜ਼ਾਰ ਰੁਪਈਆ ਸਾਰਿਆਂ ਨੂੰ ਦਿਆਂਗੇ। ਜਦੋਂ ਵੇਖਿਆ ਕਿ ਪਰਿਵਾਰ ਤੇ ਉਹਨਾਂ 'ਚੋਂ ਸਿਰਫ 2 ਹੀ ਪਹੁੰਚੇ ਆ, ਤੇ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਕਿਹਾ ਕਿ 15-15 ਹਜ਼ਾਰ ਪਾ ਲਓ ਰੁਪਏ। ਜਦੋਂ ਉਹਨਾਂ ਦਾ ਸਤਿਕਾਰ ਕਰਨਾ ਸ਼ਹੀਦਾਂ ਦਾ, ਜੀ ਦੂਜਿਆਂ ਨੂੰ ਅਸੀਂ 5,000 ਦਿੰਦੇ ਹਾਂ, ਪਰ ਸ਼ਹੀਦ ਭਾਈ ਹਰਚੰਦ ਸਿੰਘ ਦੀ ਭੈਣ ਜੀ ਨੇ ਕਿਹਾ ਕਿ 40,000 ਰੁਪਈਆ ਸਾਡੇ ਵੱਲੋਂ ਵੀ ਇਸ ਗੁਰਦੁਆਰੇ 'ਚੋਂ ਅਸੀਂ ਕੀ ਦੇਣਾ ਇਹਨਾਂ ਨੂੰ। ਇਹ ਤੇ ਪਰਿਵਾਰ ਸਾਨੂੰ ਦੇ ਕੇ ਜਾ, ਪਰ ਸਾਡੀ ਭੇਟਾ ਜ਼ਰੂਰ ਪ੍ਰਵਾਨ ਕਰ ਲਿਓ। ਇਹਨਾਂ ਸ਼ਹੀਦ ਪਰਿਵਾਰਾਂ ਨੂੰ ਬੇਨਤੀ ਆ, ਅੱਗੇ ਤੁਹਾਡੀ ਖੁਸ਼ੀ ਆ, ਭਾਵੇਂ ਇੱਥੇ ਹੀ ਗੁਰੂ ਘਰ ਆ ਜਾਓ, ਭਾਵੇਂ ਸ਼ਹੀਦਾਂ ਦਾ ਆਸ਼ੀਰਵਾਦ ਸਮਝ ਕੇ ਲੈ ਜਿਓ। ਸਾਡੇ ਵੱਲੋਂ ਇਹ 15-15 ਹਜ਼ਾਰ ਰੁਪਈਆ ਜਿਹੜਾ ਸੰਸਥਾ ਵੱਲੋਂ ਜ਼ਰੂਰ ਪ੍ਰਵਾਨ ਕਰਿਓ। ਬੜੀ ਮਿਹਰਬਾਨੀ ਆ ਆਪ, ਕਿਉਂਕਿ ਇਹਨਾਂ ਸ਼ਹੀਦਾਂ ਦੇ ਬਾਰੇ ਮੈਂ ਮੇਰੇ ਕੋਲ ਤੇ ਇੰਨਾ ਮੈਟਰ ਪਿਆ ਵਾ ਕਿ ਜੇ ਮੈਂ ਗੱਲ ਕਰ ਬੰਦਾ ਤਾਂ ਕਈ ਦਿਨ ਲੰਘ ਜਾਣਗੇ, ਪਰ ਮੈਂ ਸ਼ਹੀਦ ਪਰਿਵਾਰਾਂ ਦੀ ਮੈਂ ਵੀ ਸੇਵਾ ਕਰਕੇ ਵੇਖੀ ਹੈ। ਮੈਨੂੰ ਵੀ ਇਹਨਾਂ ਸ਼ਹੀਦ ਪਰਿਵਾਰਾਂ ਦੀਆਂ ਮਾਵਾਂ ਦੀਆਂ ਦੁਆਵਾਂ ਨੇ ਫਰਸ਼ ਤੋਂ ਅਰਸ਼ ਤੇ ਲੈ ਗਈਆਂ ਨੇ। ਮੈਨੂੰ ਸਮਝ ਨਹੀਂ, ਮੈਨੂੰ ਪਛਾਣ ਦੇ ਮੈਂ ਉਹਨਾਂ ਨੂੰ ਮਿਲਿਆ ਵੀ ਨਹੀਂ ਕਦੀ, ਮੈਂ ਕਦੀ ਉਹਨਾਂ ਨੂੰ ਜਾਣਦਾ ਨਹੀਂ। ਮੈਨੂੰ ਸੜਕ ਤੇ ਤੁਰੇ ਜਾਂਦੇ ਨੂੰ ਲੋਕੀ ਖਿਲਾਰ ਕੇ 8 ਰੁਪਏ ਫੜਾ ਜਾਂਦੇ ਆ, ਭਾਈ ਸਾਹਿਬ ਤੁਸੀਂ ਸ਼ਹੀਦ ਪਰਿਵਾਰਾਂ ਦੀ ਸੇਵਾ ਕਰੋ। ਮੈਨੂੰ ਕਈ ਵਾਰੀ ਵਿਦੇਸ਼ਾਂ 'ਚੋਂ ਇੰਨੇ ਪੈਸੇ ਘੱਲ ਦਿੰਦੇ ਨੇ, ਮੈਨੂੰ ਚੇਤਾ ਹੀ ਨਹੀਂ, ਕਦੀ ਫੋਨ ਤੇ ਵੀ ਨਹੀਂ ਪਹਿਲਾਂ ਗੱਲ ਹੋਈ, ਪਰ ਯਾਰ ਪੁਰਾਣੇ ਸ਼ਹੀਦ ਪਰਿਵਾਰ ਨੂੰ ਇੰਨੇ ਪੈਸੇ ਦੇ ਦਿਓ। ਤੇ ਸਤਿਗੁਰੂ ਜੀ ਦੀ ਕਿਰਪਾ ਹੈ ਕਿ ਪੂਰੀ ਪਾਰਦਰਸ਼ੀ ਦੇ ਇਮਾਨਤ ਦੇ ਨਾਲ ਇਹਨਾਂ ਸ਼ਹੀਦ ਪਰਿਵਾਰਾਂ ਦੀ ਸੇਵਾ ਲਗਾਤਾਰ ਕਰ ਰਹੇ ਹਾਂ, ਤੇ ਬੜੀਆਂ ਬਖਸ਼ਿਸ਼ਾਂ ਰਹਿਮਤਾਂ ਮੈਨੂੰ ਮਿਲੀਆਂ ਨੇ। ਇਹਨਾਂ ਸ਼ਹੀਦਾਂ ਦੀਆਂ ਮਾਵਾਂ ਦੀਆਂ ਦੁਆਵਾਂ ਮਿਲੀਆਂ ਨੇ ਕਿ ਸਾਰੀ ਸਰਕਾਰ, ਸਾਰੀਆਂ ਏਜੰਸੀਆਂ ਦਿਨ ਰਾਤ ਸੋਚਦੀਆਂ ਨੇ, ਤੇ ਕੁਝ ਉਹ ਵੀ ਲੋਕ ਸੋਚਦੇ ਨੇ ਜਿਹੜੇ 1984 ਤੋਂ ਲੈ ਕੇ ਹੁਣ ਤੱਕ ਇਹਨਾਂ ਸ਼ਹੀਦਾਂ ਦਾ ਹੱਕ ਖਾਂਦੇ ਰਹੇ, ਉਹ ਵੀ ਹੁਣ ਮਾਰਨ ਨੂੰ ਫਿਰਦੇ ਆ ਨਾ ਵੀ ਇਹਨੇ ਤੇ ਸਾਡੀਆਂ ਦੁਕਾਨਾਂ ਹੀ ਬੰਦ ਕਰਾਤੀਆਂ। ਇਹ ਤੇ ਸਿੱਧੇ ਹੀ ਨੰਬਰ ਦੇਈ ਜਾਂਦਾ ਪਰਿਵਾਰ ਦੇ। ਬੜੇ ਸੀਗੇ ਜਿਨ੍ਹਾਂ ਨੇ ਖਾਧੇ ਨੇ, ਉਹ ਵੀ ਮੇਰੇ ਦੁਸ਼ਮਣ, ਪਰ ਸਭ ਦੁਸ਼ਮਣ ਫੇਲ ਨੇ। ਵੀ ਜਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ, ਸ਼ਹੀਦਾਂ ਦੀ ਬਖਸ਼ਿਸ਼ ਹੋਏ ਤੇ ਸ਼ਹੀਦੀ ਪਹਿਰੇ ਹੋਣ, ਜਿੰਨੇ ਮਰਜ਼ੀ ਤੁਰੇ ਫਿਰਨ ਮਾਰਨ ਵਾਲੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਸਰੇ 'ਚ ਜਿਹੜਾ ਬੰਦਾ ਹੋਵੇ ਉਹਨੂੰ ਕੀ ਕਿਸੇ ਨੇ ਮਾਰਨਾ।
बस यो ही अरदास सानू सच्चे पातशाह अजे मैनू बड़ियां मावां उड़ीकदियां ने, बड़ियां भैणां, बड़े बच्चे इन्हां शहीदां दे, जिथे मैं जाके इन्हां दे दुखां दी दास्तां संगत नाल सांझी करनी आ। थोड़ा जिहा सानू होर दे दिओ ताकि असीं इन्हां दी वध तों वध सेवा कर सकीए। गल करदिआं कोई गलती गुस्ताखी हो गई होए तो माजरत चाहांगे। ते भाई हरजान सिंह ਵਿੱਚੋਂ ਉਹ ਆਣ ਕੇ ਸਿੰਘ ਸਾਹਿਬ ਕੋਲੋਂ ਆਪਣਾ ਸਨਮਾਨ ਪ੍ਰਾਪਤ ਕਰਨਗੇ ਜੀ। ਸਤਿਕਾਰਯੋਗ ਸ਼ਹੀਦ ਹਰਚੰਦ ਸਿੰਘ ਜੀ ਦਾ ਪਰਿਵਾਰ ਤੇ ਉਹਨਾਂ ਦੇ ਨਾਲ ਹੀ ਸ਼ਹੀਦ ਕੁਲਵੰਤ ਸਿੰਘ ਜੀ ਦਾ ਪਰਿਵਾਰ, ਇਹ ਦੋਵੇਂ ਪਰਿਵਾਰ ਇੱਥੇ ਸੰਗਤ ਦੇ ਸਨਮੁਖ ਆ ਜਾਣ ਤੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਉਹਨਾਂ ਨੂੰ ਆਪਣੇ ਕਰ ਕਮਲਾਂ ਨਾਲ ਨਵਾਜਣਗੇ। ਸੋ ਬੇਨਤੀ ਕਰ ਰਿਹਾ ਜੀ ਦੋਵੇਂ ਪਰਿਵਾਰ ਹਰਚੰਦ ਸਿੰਘ ਜੀ ਤੇ ਕੁਲਵੰਤ ਸਿੰਘ ਜੀ ਦੇ ਪਰਿਵਾਰ ਪਹੁੰਚਣ ਜੀ। हरचंद सिंह के पिता जी आए। ਹਰਚੰਦ ਸਿੰਘ ਦੇ ਪਿਤਾ ਜੀ, ਸਤਿਕਾਰਯੋਗ ਪਿਤਾ ਜੀ ਹਰਚੰਦ ਸਿੰਘ ਜੀ ਦੇ। बोले सो निहाल। ਇਹ ਜੀ ਸਤਿਕਾਰਯੋਗ ਹਰਚੰਦ ਸਿੰਘ ਜੀ ਦੇ ਪਿਤਾ ਜੀ ਨੇ, ਜੋ ਸਾਡੇ ਵਾਸਤੇ ਉਮਰ ਵਿੱਚ ਵੀ ਬਹੁਤ ਵੱਡੇ ਨੇ ਔਰ ਇਹਨਾਂ ਦੇ ਸੁਪੁੱਤਰ ਦੀ ਸ਼ਹੀਦੀ ਹੋਣੀ ਸਾਡੇ ਪਿੰਡ ਦੀ ਪਾਵਨ ਧਰਤੀ ਵਿੱਚ ਸਾਡੇ ਵਾਸਤੇ ਵੀ ਮਾਣ ਦੀ ਗੱਲ ਆ। ਅਸੀਂ ਬੇਨਤੀ ਕਰਨੇ ਆ ਗੁਰਚਰਨਾਂ ਵਿੱਚ ਕਿ ਗੁਰੂ ਪਾਤਸ਼ਾਹ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਸੋ ਭਾਜੀ ਕੁਲਵੰਤ ਸਿੰਘ ਦੇ ਪਰਿਵਾਰ ਦੇ ਮੈਂਬਰ, ਤੁਹਾਡਾ ਸ਼ੁਭ ਨਾਮ ਜੀ? लील कलां। ਹਾਂਜੀ, ਸਤਿਕਾਰਯੋਗ ਕੁਲਵੰਤ ਸਿੰਘ ਜੀ ਦੇ ਉਹ ਇਹਨਾਂ ਦੇ ਚਾਚਾ ਜੀ ਸਨ ਤੇ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਸਿੰਘ ਸਾਹਿਬ ਜੀ। ਬੋਲੇ ਸੋ ਨਿਹਾਲ। ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ। ਸੋ ਇਹਨਾਂ ਨੇ ਵੀ 21,000 ਰੁਪਇਆ ਇਸ ਗੁਰਦੁਆਰਾ ਸਾਹਿਬ ਨੂੰ ਦਿੱਤਾ ਜੀ। ਸੋ ਇਹਨਾਂ ਦਾ ਅਸੀਂ ਧੰਨਵਾਦੀ ਹਾਂ। ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ। ਵਿਛੜੀ ਹੋਈ ਸਿੰਘਾਂ ਨੂੰ ਗੁਰੂ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਅੱਛਾ ਜੀ, 5,000 ਰੁਪਇਆ ਹੋਰ ਹਰਚੰਦ ਸਿੰਘ ਜੀ ਦੇ ਪਰਿਵਾਰ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਾਸਤੇ ਦਿੱਤਾ ਜਾ ਰਿਹਾ। ਸੋ ਮੈਂ ਸਮਝਣਾ ਕਿ ਸ਼ਹੀਦਾਂ ਦੇ ਨਾਂ ਇੱਕ ਧਰਤੀ ਦੀ ਸਰਮਾਇਆ, ਆਪਣੇ ਦੇਸ਼ ਦੀ ਸਰਮਾਇਆ, ਕੌਮ ਦੀ ਸਰਮਾਇਆ। ਹਾਂਜੀ, ਤੇ ਬਾਕੀ ਵੀ ਜਿੰਨੇ ਜੀ ਸ਼ਹੀਦ ਪਰਿਵਾਰ ਦੇ ਮੈਂਬਰ ਆਏ ਨੇ ਉਹ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਇੱਥੇ ਆ ਕੇ ਉਹਨਾਂ ਨੂੰ ਸਰਪੌਰ ਸਾਹਿਬ ਨਾਲ ਨਵਾਜ਼ਤ ਕੀਤਾ ਜਾਵੇ। ਸ਼ਹੀਦ ਭਾਈ ਕੁਲਵੰਤ ਸਿੰਘ ਜੀ ਲੀਲ ਕਲਾਂ ਵਾਲੇ, ਉਹਨਾਂ ਨੂੰ ਜਿਹੜੀ 15,000 ਰੁਪਇਆ ਭੇਟਾ ਸਾਡੀ ਸੰਸਥਾ ਵੱਲੋਂ ਕੀਤੀ ਗਈ ਸੀ, ਉਹਨਾਂ ਨੇ ਕਿਹਾ ਕਿ 10,000 ਉਹਦੇ 'ਚੋਂ ਇਹਨਾਂ ਹੀ ਇਮਾਰਤਾਂ ਲਈ ਵਰਤੀ ਜਾਏ ਤੇ 5,000 ਰੁਪਇਆ ਉਹ ਮਾਣਮੱਤਾ ਸਿੰਘ ਆਪ ਹੀ ਉੱਥੇ ਗੁਰੂ ਘਰ ਬਣਾ ਗਿਆ ਸੀ ਜਾਣ ਤੋਂ ਪਹਿਲਾਂ। ਉਹ ਕਹਿੰਦੇ ਵੀ 5,000 ਤੁਸੀਂ ਆਪਣੇ ਹੱਥੀਂ ਉੱਥੇ ਆਣ ਕੇ ਦੇ ਕੇ ਜਾਇਓ ਸਾਨੂੰ ਲੀਲ ਕਲਾਂ ਪਿੰਡ 'ਚ। ਬਹੁਤ ਬਹੁਤ ਧੰਨਵਾਦ ਇਹਨਾਂ ਸ਼ਹੀਦ ਪਰਿਵਾਰਾਂ ਦਾ। ਅਸੀਂ ਕੀ ਦੇ ਸਕਨੇ ਇਹਨਾਂ ਨੂੰ, ਜਿਨ੍ਹਾਂ ਆਪਣੀਆਂ ਕੀਮਤੀ ਹੀਰੇ ਆਪਣੇ ਪਰਿਵਾਰ ਦੇ ਕੌਮ ਤੋਂ ਲੁਟਾਤੇ ਆ। ਅਸੀਂ ਇਹਨਾਂ ਨੂੰ ਕੀ ਦੇਣਾ, ਇਹ ਉਲਟਾ ਸਗੋਂ ਸਾਨੂੰ ਦੇ ਕੇ ਜਾ ਰਹੇ ਨੇ। ਬਹੁਤ ਧੰਨਵਾਦ। ਕੁਝ ਸ਼ਹੀਦ ਪਰਿਵਾਰ ਨੇ ਲਾਸਟ ਦੇ ਵਿੱਚ ਸਿੰਘ ਸਾਹਿਬ ਨੂੰ ਅਸੀਂ ਸਨਮਾਨਿਤ ਕਰਾਂਗੇ। ਮੈਂ ਬੇਨਤੀ ਕਰਾਂ ਸਭ ਤੋਂ ਪਹਿਲਾਂ ਸ਼ਹੀਦ ਭਾਈ ਰਣਜੀਤ ਸਿੰਘ ਠੇਠਰਕੇ ਦੇ ਭਾਈ ਸਾਹਿਬ ਰਣਜੀਤ ਸਿੰਘ ਰਾਣਾ, ਖਾਲਿਸਤਾਨ ਕਮਾਂਡੋ ਫੋਰਸ ਦੀ ਰੀੜ੍ਹ ਦੀ ਹੱਡੀ ਤੇ ਬਹੁਤ ਵੱਡਾ ਯੋਧਾ ਹੋਇਆ। ਮੈਨੂੰ ਵੀ ਉਹਨਾਂ ਦੇ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ। ਬੋਲੇ ਸੋ ਨਿਹਾਲ। ਹਾਂਜੀ, ਸ਼ਹੀਦ ਭਾਈ ਬਲਜਿੰਦਰ ਸਿੰਘ ਦੇ ਵਾਰਸ ਨੇ ਭਾਈ ਸਲਵਿੰਦਰ ਸਿੰਘ ਪੱਪੂ। ਮੈਂ ਚਾਹਾਂਗਾ ਕਿ ਉਹ ਵੀ ਆਪਣਾ ਸਰੋਪਾ ਜਿਹੜਾ ਲੈ ਲੈਣ। ਭਾਈ ਪਰਮਜੀਤ ਸਿੰਘ ਜੀ ਬਾਠ, ਜਿਨ੍ਹਾਂ ਦੇ ਭਾਈ ਸਾਹਿਬ ਸ਼ਹੀਦ ਭਾਈ ਚਰਨਜੀਤ ਸਿੰਘ ਜੀ ਜਿਹੜੇ ਸ਼ਹੀਦ ਹੋਏ ਸਨ। ਸਤਿ ਸ੍ਰੀ ਅਕਾਲ। ਸ਼ਹੀਦ ਭਾਈ ਬਲਜੀਤ ਸਿੰਘ ਜੀ ਬੱਬਰ, ਇਸੇ ਨਗਰ ਦਾ ਸ਼ਹੀਦ ਸਿੰਘ ਸੀ। ਉਸ ਪਰਿਵਾਰ ਦੇ ਵਿੱਚੋਂ ਕੋਈ ਇੱਥੇ ਹੈਗਾ ਤੇ ਪਲੀਜ਼ ਉਹ ਵੀ ਆ ਕੇ ਸਰੋਪਾ ਜ਼ਰੂਰ ਲੈਣ ਸਿੰਘ ਸਾਹਿਬ ਕੋਲੋਂ। ਸ਼ਹੀਦ ਭਾਈ ਬਲਜੀਤ ਸਿੰਘ ਬਸ ਠੀਕ ਹੈ, ਤੁਸੀਂ ਲੈ ਆ ਜਾਓ। ਸਾਡੇ ਇਸੇ ਪਰਿਵਾਰ ਦੇ ਇਹਨਾਂ ਨੂੰ ਭਾਈ ਬਲਜੀਤ ਸਿੰਘ ਦਾ ਬੋਲੇ ਸੋ ਨਿਹਾਲ। ਕੋਈ ਹੋਰ ਸ਼ਹੀਦ ਸਿੰਘ ਇੱਥੇ ਹੋਵੇ ਪਰਿਵਾਰ ਤੇ ਸਾਡੇ ਜ਼ਰੂਰ ਧਿਆਨ ਹਿੱਤ ਲਿਆਂਦਾ ਜਾਏ, ਅਸੀਂ ਬੇਹੱਦ ਸ਼ੁਕਰਗੁਜ਼ਾਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਸਿੰਘ ਸਾਹਿਬ ਨੂੰ ਅਸੀਂ ਚਾਹਾਂਗੇ, ਬੜੇ ਮਾਣ ਮਹਿਸੂਸ ਕਰਦੇ ਹਾਂ ਜੀ ਅੱਜ ਸਿੰਘ ਸਾਹਿਬ ਇਸ ਸਮਾਗਮ ਦੇ ਵਿੱਚ ਆਏ ਨੇ। ਇਹ ਇੱਕ ਲੋਈ ਸ੍ਰੀ ਸਾਹਿਬ ਜਿਹੜਾ ਵਾ ਇਹਨਾਂ ਨੂੰ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਆ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ। ਸਾਨੂੰ ਇੰਤਜ਼ਾਰ ਹੈ ਬਾਕੀ 8 ਰਹਿੰਦੇ ਪਰਿਵਾਰਾਂ ਦਾ ਵੀ, ਕਿ ਉਹ ਵੀ ਜਿਹੜੇ ਆ ਇਸ ਸਮਾਗਮ 'ਚ ਸ਼ਿਰਕਤ ਕਰਨ ਤੇ ਅਸੀਂ ਉਹਨਾਂ ਦਾ ਵੀ ਮਾਣ ਸਤਿਕਾਰ ਕਰ ਸਕੀਏ।
7 ਸਟਾਰ ਪੰਜਾਬ ਦੇ ਉੱਤੇ ਲਾਈਵ ਚੱਲ ਰਿਹਾ ਸਾਡਾ ਸਮਾਗਮ। ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ। ਅਸੀਂ ਤੁਹਾਡੇ ਬੇਹੱਦ ਸ਼ੁਕਰਗੁਜ਼ਾਰ ਹੋਵਾਂਗੇ ਔਰ ਬੇਹੱਦ ਧੰਨਵਾਦੀ ਹਾਂ ਚੀਮਾ ਪਰਿਵਾਰ ਦੇ, ਉਹਨਾਂ ਦੇ ਬੱਚਿਆਂ ਦੇ, ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਪੱਖੋ ਕੇ ਉਹਨਾਂ ਨੂੰ ਗੁਰੂ ਪਾਤਸ਼ਾਹ ਦਾ ਸਨਮਾਨ ਤੇ ਸੰਗਤ ਵੱਲੋਂ ਸਤਿਕਾਰ ਦਿੱਤਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਹਾਂਜੀ, ਬੋਲੇ ਸੋ ਨਿਹਾਲ। ਸ੍ਰੀ ਸਾਹਿਬ ਲੈ ਜੀ। ਉਹ ਇਸ ਸਮਾਜ ਦੇ ਵੀ ਨੈਤਿਕ ਕਦਰਾਂ ਕੀਮਤਾਂ ਨੂੰ ਸਮਝਣ ਵਾਲੇ ਲੀਡਰ ਨੇ। ਸੋ ਬੋਲੇ ਸੋ ਨਿਹਾਲ। ਸੋ ਮੈਂ ਬਚਨ ਕਰ ਰਿਹਾ ਸਾਂ ਕਿ ਅਸੀਂ ਸਾਰੀ ਸੰਗਤ ਸਨਮਾਨ ਦੇ ਰਹੀ ਹੈ ਗੁਰੂ ਪਾਤਸ਼ਾਹ ਜੀ ਦਾ ਸਰੂਪਾ ਸਾਹਿਬ ਤੇ ਸ੍ਰੀ ਸਾਹਿਬ ਸਰਦਾਰ ਨਵਜੀਤ ਰਣਜੀਤ ਸਿੰਘ ਜੀ ਬਾਠ ਸਾਹਿਬ ਝੰਗੀ ਤੋਂ। ਸੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਮੇਰੇ ਵੀਰ ਭਾਵੇਂ ਛੋਟੇ ਨੇ ਲੇਕਿਨ ਉਹਨਾਂ 'ਚ ਕੋਈ ਵਿਲੱਖਣਤਾ, ਕੁਛ ਸ਼ਖਸੀਅਤ ਹੁੰਦੀ ਹੈ, ਵਿਚਾਰ ਹੁੰਦੇ ਨੇ। ਜਿੱਥੇ ਉਹ ਰਾਜਨੀਤਿਕ ਪਾਰਟੀ 'ਚ ਆਪਣਾ ਬੋਲਬਾਲਾ ਰੱਖਦੇ ਨੇ ਸਾਡੇ ਇਲਾਕੇ ਵਿੱਚ, ਉੱਥੇ ਉਹ ਸਮਾਜ ਪ੍ਰਤੀ ਬੜੇ ਸੁਚੇਤ ਨੇ। ਮੈਂ ਸਮਝਣਾ ਕਿ ਉਹ ਜੰਗ ਏਜ ਵਿੱਚ ਸਾਡੇ ਆਉਣ ਵਾਲੇ ਸਮਾਜ ਨੂੰ ਬੜੀ ਚੰਗੀ ਡਾਇਰੈਕਸ਼ਨ ਦੇ ਸਕਦੇ ਨੇ। ਔਰ ਸਰਪੰਚ ਹਰਭਜਨ ਸਿੰਘ ਦੇ ਵੀ ਉਹਨਾਂ ਬਾਰੇ ਅਕਸਰ ਮੈਨੂੰ ਕਹਿੰਦੇ ਰਹਿੰਦੇ ਨੇ। ਵਿੱਕੀ ਵੀਰ ਵੀ, ਉਹ ਖਾਸ ਕਰਕੇ ਮੇਰਾ ਲੜਕਾ ਰਣਬੀਰ ਸਿੰਘ ਰਾਣਾ, ਉਹ ਵੀ ਇਹਨਾਂ ਨਾਲ ਬੜਾ ਪਿਆਰ ਕਰਦਾ। ਸੋ ਸਾਨੂੰ ਇੱਥੇ ਇਹਨਾਂ ਦਾ ਇੱਥੇ ਪਹੁੰਚਣਾ, ਸਾਡੇ ਮੇਲੇ ਵਿੱਚ ਰੌਣਕ ਨੂੰ ਵਧਾਉਣਾ ਸਾਡੇ ਵਾਸਤੇ ਖੁਸ਼ੀ ਦੀ ਗੱਲ ਆ। ਸੋ ਮੈਂ ਚਾਹਾਂਗਾ ਕਿ ਸਤਿਕਾਰਯੋਗ ਰਣਜੀਤ ਸਿੰਘ ਜੀ ਬਾਠ ਸਾਹਿਬ 2-4 ਮਿੰਟਾਂ ਵਾਸਤੇ ਸੰਗਤ ਨੂੰ ਮੁਖਾਤਬ ਹੋਣ। ਸਤਿਕਾਰਯੋਗ ਵੀਰ ਬਾਠ ਸਾਹਿਬ। ਵਾਹਿਗੁਰੂ 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 ਵਾਹਿਗੁਰੂ